ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਿਆਂ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਨ ਹੋ। ਬੜੀ ਸਹਿਜਤਾ ਦੇ ਨਾਲ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਕ ਬਾਣੀ ਦਾ ਫੁਰਮਾਨ ਆਪ ਸੰਗਤਾਂ ਨੂੰ ਸਰਵਣ ਕਰਵਾਇਆ ਹੈ। ਸਿੱਖ ਜਗਤ ਦੇ ਨਿਤਨੇਮ ਦੀਆਂ ਪਾਕ ਬਾਣੀਆਂ ਦੇ ਵਿੱਚੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਹਾਨ ਬਾਣੀ ਚੌਪਈ ਸਾਹਿਬ, ਆਓ ਉਸ ਬਾਣੀ ਦੀ ਕਥਾ ਵਿਚਾਰ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਮ ਹੈ ਛਾੜ ਕੋਈ ਅਵਰ ਨਾ ਧਿਆਊ, ਜੋ ਬਰ ਚਾਹੂੰ ਸੋ ਤੁਮ ਤੇ ਪਾਊ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਿੱਖ ਜਗਤ ਦਾ ਸਿਧਾਂਤ ਦਰਸਾਉਂਦੇ ਨੇ ਵੀ ਸਿੱਖ ਕੇਵਲ ਅਕਾਲ ਪੁਰਖ ਦਾ ਧਿਆਨ ਧਰਦਾ ਹੈ, ਉਸ ਦਾ ਹੀ ਭਜਨ ਕਰਦਾ ਹੈ। ਹੋਰ ਜਿਤਨੇ ਵੀ ਧਰਮਾਂ ਦੇ ਮਹਾਂਪੁਰਸ਼ ਨੇ, ਰਹਿਬਰ ਨੇ, ਅਵਤਾਰ ਨੇ, ਭਗਵਾਨ ਨੇ, ਦੇਵੀ ਦੇਵਤੇ ਨੇ, ਸਤਿਕਾਰ ਸਭ ਦਾ ਕਰੋ, ਪਰ ਧਿਆਨ ਉਸ ਅਕਾਲ ਪੁਰਖ ਦਾ ਧਰੋ ਜਿਸ ਨੇ ਇਹਨਾਂ ਸਭਨਾਂ ਨੂੰ ਪੈਦਾ ਕੀਤਾ ਹੈ। ਇਹ ਪਾਕ ਬਾਣੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਹੈ। ਇੱਥੋਂ ਵੀ ਸਿੱਧ ਹੁੰਦਾ ਹੈ ਕਿਸੇ ਦੇਵੀ ਦੇਵਤੇ, ਰਹਿਬਰ, ਮਹਾਂਪੁਰਸ਼ ਦੇ ਧਿਆਨ ਧਰਨ ਦੀ ਬਾਤ ਨਹੀਂ ਪਾਉਂਦੇ ਪਾਤਸ਼ਾਹ। ਕੋਈ ਸਨਾਤਨ ਮਤ ਦਾ ਵਿਦਵਾਨ ਹੋਵੇ, ਉਹਨਾਂ ਦੇ ਇਸ਼ਟ ਹੋਣਗੇ, ਵਿਸ਼ਨੂੰ ਜੀ ਹੋਣਗੇ, ਸ਼ਿਵ ਹੋਣਗੇ, ਹੋਰ ਮਹਾਂਪੁਰਸ਼ ਹੋਣਗੇ, ਉਹਨਾਂ ਦੇ ਧਿਆਨ ਦੀ ਗੱਲ ਕਰਨਗੇ। ਇਹ ਗੁਰੂ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਦਾ ਧਿਆਨ ਧਰਨਾ ਹੈ, ਸਾਡਾ ਉਹੀ ਇਸ਼ਟ ਹੈ, ਸਾਡਾ ਉਹੀ ਮਾਲਕ ਹੈ। ਮਹਾਰਾਜ ਕਹਿੰਦੇ ਮੈਂ ਆਪਣੇ ਨਿਰਗੁਣ ਸਰੂਪ ਅਕਾਲ ਪੁਰਖ ਦਾ ਧਿਆਨ ਧਰਦਾ ਹਾਂ। ਧਿਆਨ ਤੋਂ ਭਾਵ ਹੈ ਸੁਰਤ ਨੂੰ ਇੱਕ ਜਗ੍ਹਾ ਟਿਕਾਉਣਾ, ਔਰ ਉਹ ਜਗ੍ਹਾ ਕਿਹੜੀ ਹੈ? ਅਕਾਲ ਪੁਰਖ ਦੇ ਚਰਨ, ਅਕਾਲ ਪੁਰਖ ਦੀ ਯਾਦ ਵਿੱਚ ਬੈਠਣਾ ਹੈ, ਉਹਦਾ ਧਿਆਨ ਧਰਨਾ ਹੈ, ਉਹਦੇ ਧਿਆਨ ਵਿੱਚ ਸਮਾਧੀ ਲਾਉਣੀ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵੀ ਕਹਿੰਦੇ ਨੇ ਅਵਰ ਤਿਆਗ ਤੂੰ ਤਿਸ ਹੈ ਚਿਤਾਰ। ਬਾਕੀ ਸਭ ਕੁਝ ਵਿਸਾਰ ਕੇ ਇੱਕ ਅਕਾਲ ਪੁਰਖ ਨੂੰ ਚੇਤੇ ਕਰ। ਦੁੱਖ ਸੁਖ ਪ੍ਰਭ ਦੇਵਨ ਹਾਰ, ਕਿਉਂਕਿ ਉਹਦੇ ਹੁਕਮ ਵਿੱਚ ਹੀ ਦੁੱਖ ਨੇ, ਕਿਰਪਾ ਕਰ ਦਵੇ ਤੇ ਸੁੱਖਾਂ ਵਿੱਚ ਬਦਲ ਜਾਂਦੇ ਨੇ। ਸੋ ਮਹਾਰਾਜ ਅੱਗੇ ਹੁਕਮ ਕਰਦੇ ਨੇ, ਜੋ ਬਰ ਚਾਹੂੰ ਸੋ ਤੁਮ ਤੇ ਪਾਊ। ਕਹਿੰਦੇ ਦੇਖੋ, ਜੀਵਨ ਨੂੰ ਬਤੀਤ ਕਰਨ ਦੇ ਲਈ ਅਸੀਂ ਬੜਾ ਕੁਝ ਝੋਲੀ ਅੱਡ ਕੇ ਮੰਗਦੇ ਹਾਂ। ਇੱਕੋ ਹੀ ਕਹਿੰਦੇ ਦਾਤਾ ਹੈ, ਉਹ ਅਕਾਲ ਪੁਰਖ ਹੈ।
ਔਰ ਉਹਦੀਆਂ ਦਾਤਾਂ ਨਾਲ ਹੀ ਰੱਜਿਆ ਜਾ ਸਕਦਾ ਹੈ। ਬੰਦੇ ਅੱਗੇ ਝੋਲੀ ਅੱਡੀਏ, ਕੁਝ ਨਾ ਕੁਝ ਦੇ ਵੀ ਦਵੇ, ਸਾਨੂੰ ਰੱਜ ਨਹੀਂ ਆਵੇਗਾ। ਰੋਜ਼ ਮੰਗਾਂਗੇ ਸਦੀਵੀ, ਉਹ ਦੇਣ ਜੋਗਾ ਨਹੀਂ ਹੋਵੇਗਾ। ਪਰਮਾਤਮਾ ਤੋਂ ਜਦੋਂ ਮੰਗੋ ਉਹ ਦਿੰਦਾ ਹੈ, ਉਹਦੇ ਅਖੁੱਟ ਭੰਡਾਰ ਨੇ। ਕਹਿੰਦੇ ਜੋ ਵੀ ਵਰ ਚਾਹੀਦਾ ਹੈ, ਦਾਤ ਚਾਹੀਦੀ ਹੈ, ਉਹਦੇ ਪਾਸੋਂ ਮੰਗ ਕੇ ਲੈਣਾ ਕਰੋ। ਵਰ ਦੇ ਬੜੇ ਮਤਲਬ ਨੇ। ਵਰ ਪਤੀ ਨੂੰ ਵੀ ਕਿਹਾ ਜਾਂਦਾ ਹੈ। ਕਹਿੰਦੇ ਅਕਾਲ ਪੁਰਖ ਨੂੰ ਖਸਮ ਧਾਰੋ। ਵਰ ਦਾ ਮਤਲਬ ਆਸੀਸ ਵੀ ਹੈ, ਸ਼ਰਾਫ ਦੇ ਉਲਟ। ਸੋ ਕਹਿੰਦੇ ਤੇਰੇ ਪਾਸੋਂ ਹੀ ਸਭ ਕੁਝ ਮੰਗਾਂਗੇ। ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ, ਜਾਂ ਕੀ ਸੇਵਾ ਸਰਬ ਸੁਖ ਪਾਵੈ ਹੈ, ਅਵਰ ਕਾਹੂ ਪੈ ਬੌੜ ਨਾ ਜਾਵੈ। ਕਹਿੰਦੇ ਅਕਾਲ ਪੁਰਖ ਦੇ ਨਾਮ ਜਪਿਆਂ, ਸੇਵਾ ਕੀਤਿਆਂ ਸੁੱਖ ਮਿਲਦੇ ਨੇ, ਝੋਲੀ ਭਰ ਜਾਂਦੀ ਹੈ। ਫਿਰ ਹੋਰ ਕਿਧਰੇ ਦੌੜਨਾ ਨਹੀਂ ਪੈਂਦਾ, ਹੋਰ ਕਿਧਰੇ ਜਾਣ ਦੀ ਲੋੜ ਨਹੀਂ ਪੈਂਦੀ। ਸੋ ਜੋ ਮੰਗਣਾ ਹੈ ਉਸ ਅਕਾਲ ਪੁਰਖ ਕੋਲੋਂ ਮੰਗੀਏ। ਸੇਵਕ ਸਿੱਖ ਹਮਾਰੇ ਤਾਰਿਆ ਹੈ। ਇਹ ਹਜ਼ੂਰ ਲੋਕਾਈ ਦੇ ਲਈ, ਆਪਣੇ ਸਿੱਖਾਂ ਸੇਵਕਾਂ ਪਿਆਰਿਆਂ ਦੇ ਲਈ ਆਪਣੇ ਨਿਰਗੁਣ ਸਰੂਪ ਅਕਾਲ ਪੁਰਖ ਨੂੰ ਬੇਨਤੀ ਕਰਦੇ ਨੇ। ਸੇਵਕ ਤੋਂ ਭਾਵ ਹੈ ਜੋ ਖਿਦਮਤਗਾਰ ਹੈ, ਸੇਵਾਦਾਰ ਹੈ, ਗੁਰੂ ਦਾ ਜਿਹੜਾ ਸੇਵਕ ਹੈ। ਸਿੱਖ ਦਾ ਮਤਲਬ ਜੋ ਸਿੱਖਿਆ ਲੈਣ ਵਾਲਾ ਹੈ, ਗੁਰੂ ਤੋਂ ਸਿੱਖਿਆ ਲੈਣ ਵਾਲਾ ਹੈ, ਜੋ ਸ਼ਾਗਿਰਦ ਹੈ ਗੁਰਾਂ ਦਾ। ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਦੇ ਜਿਹੜੇ ਚੇਲੇ ਬਾਲਕੇ ਨੇ, ਜਿਹੜੇ ਗੁਰੂ ਨਾਨਕ ਦੀ ਸਿੱਖਿਆ ਦੇ ਧਾਰਨੀ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਰਹਿਤ ਦੇ ਧਾਰਨੀ ਨੇ, ਉਹਨਾਂ ਨੂੰ ਸਿੱਖ ਕਿਹਾ ਹੈ। ਮਹਾਰਾਜ ਕਹਿੰਦੇ ਸਾਡੇ ਸਿੱਖਾਂ ਸੇਵਕਾਂ ਨੂੰ ਮਹਾਰਾਜ ਅਕਾਲ ਪੁਰਖ ਜੀ ਭਵਸਾਗਰ ਤੋਂ ਤਾਰਨਾ ਕਰੋ। ਹੁਣ ਸੇਵਕ ਬਣਾਂਗੇ, ਸਿੱਖ ਬਣਾਂਗੇ, ਸਿੱਖਿਆ ਤੇ ਚੱਲਾਂਗੇ, ਫੇਰ ਹੀ ਉਤਾਰਨਗੇ। ਜੇ ਸਾਡੇ ਵਿੱਚ ਕੋਈ ਅਧੂਰਾਪਨ ਹੈ ਫਿਰ ਗੱਲ ਨਹੀਂ ਬਣੇਗੀ। ਬਾਣੀ ਦਾ ਫੁਰਮਾਨ ਹੈ ਨਾ, ਮੰਨੈ ਤਰੈ ਤਾਰੇ ਗੁਰ ਸਿੱਖ। ਜਿਹੜਾ ਅਕਾਲ ਪੁਰਖ ਨੂੰ ਮੰਨਦਾ ਹੈ ਨਾ, ਉਹ ਸੱਚਾ ਸਤਿਗੁਰੂ ਆਪ ਤੇ ਮੁਕਤ ਹੈ ਹੀ। ਉਹਦੇ ਜਿਹੜੇ ਸਿੱਖ ਨੇ ਉਹ ਵੀ ਤਰ ਜਾਂਦੇ ਨੇ, ਉਹ ਵੀ ਦੁੱਖਾਂ ਦੇ ਸਾਗਰ ਤੋਂ ਪਾਰ ਲੰਘ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਕਹਿੰਦੇ ਤੂੰ ਸਿੱਖ ਬਣ ਜਾ ਗੁਰੂ ਦਾ, ਕਦੇ ਵੀ ਤੈਨੂੰ ਉਹ ਭੁੱਲੇਗਾ ਨਹੀਂ। ਤੂੰ ਚਾਹੇ ਗੁਰੂ ਨੂੰ ਭੁੱਲ ਵੀ ਜਾਵੇਂ, ਉਹ ਤੈਨੂੰ ਭੁੱਲੇਗਾ ਨਹੀਂ, ਤੈਨੂੰ ਯਾਦ ਰੱਖੇਗਾ। ਤੇਰੇ ਤੇ ਕੋਈ ਵੀ ਔਖੀ ਘੜੀ ਹੈ, ਕੋਈ ਵੀ ਸਮਾਂ ਹੈ, ਉਹ ਤੇਰਾ ਹਲਤ, ਇਹ ਜਿਹੜਾ ਲੋਕ ਹੈ ਤੇ ਪਰਲੋਕ ਪਲਤ ਜੋ ਹੈ, ਉਹ ਵੀ ਸਵਾਰ ਦਵੇਗਾ। ਕਿਧਰੇ ਵੀ ਤੈਨੂੰ ਵਸਾਰੇਗਾ ਨਹੀਂ, ਤੇਰਾ ਲੋਕ ਪਰਲੋਕ ਸੁਹੇਲਾ ਕਰ ਦਵੇਗਾ। ਸੋ ਇਹ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸਾਡੇ ਸਿੱਖਾਂ ਸੇਵਕਾਂ ਨੂੰ ਤਾਰਨਾ ਕਰੋ। ਔਰ ਉਹਨਾਂ ਦੇ ਜਿਹੜੇ ਦੁਸ਼ਮਣ ਨੇ ਨਾ, ਉਹਨਾਂ ਬਾਬਤ ਕਹਿੰਦੇ ਨੇ, ਚੁਨ ਚੁਨ ਸਤਰ ਹਮਾਰੇ ਮਾਰਿਆ ਹੈ। ਉਹਨਾਂ ਨੂੰ ਮਾਰਨਾ ਕਰੋ, ਜਿਹੜੇ ਸ਼ਤਰੂ ਨੇ। ਹੁਣ ਇੱਥੇ ਸ਼ਤਰੂ ਕੀ ਨੇ, ਵੈਰੀ ਕੀ ਨੇ, ਸ਼ਤਰ ਕੀ ਨੇ, ਦੁਸ਼ਮਣ ਕੀ ਨੇ, ਜਿਹੜੇ ਸੰਸਾਰ ਸਾਗਰ ਚੋਂ ਸਾਨੂੰ ਡੋਬਦੇ ਨੇ। ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਹੜੇ ਵਿਕਾਰ ਨੇ, ਜਿਹੜੀ ਮਾਇਆ ਹੈ। ਵੈਸੇ ਸੰਸਕ੍ਰਿਤ ਵਿੱਚ ਸ਼ਤਰ ਦਾ ਭਾਵ, ਸ਼ਤਰੂ ਕਹਿ ਦਿੰਦੇ ਨੇ ਦੁਸ਼ਮਣ ਨੂੰ। ਤੇ ਜੇ ਸਤਰ ਅਰਬੀ ਦੇ ਵਿੱਚ ਇਹਦੇ ਅਰਥ ਵੇਖਣੇ ਹੋਣ ਤਾਂ ਲੰਮੀ ਕਤਾਰ ਨੂੰ ਕਹਿੰਦੇ ਨੇ। ਭਾਵ ਸਾਡੇ ਦੁਸ਼ਮਣਾਂ ਦੀ ਜਿਹੜੀ ਕਤਾਰ ਹੈ, ਕਿਉਂਕਿ ਵਿਕਾਰ ਇੱਕ ਤੇ ਹੈ ਨਹੀਂ, ਬੜੇ ਨੇ।
बड़े विषय विकार ने, बड़े औगण ने साडे विच। सो काम आदक जिन्ने भी शत्रु ने, इन्हां दी कतार नूं कंडियां वांगू चुन चुन के खत्म कर दिओ, साडे जीवन चों कढ दिओ इन्हां नूं। बाणी दा फरमान है ना, सत्र दहन हर नाम कह न अवर कश न उपाओ। तू चाहना है तेरे जीवन चों दुश्मन शत्रु रोग सोग विकार मिट जाण, कहिंदे नाम जपिया कर। नाम दुश्मनां नूं खत्म करन वाला है, विकारां दा खुरा खोज मिटाउण वाला है। पहलां ते है अंदरूनी दुश्मनां दी गल। हुण जे तुसीं आखो भी गुरु साहब ते निर्वैर हस्ती ने, वो दुश्मनां नूं बहरूनी वैरियां नूं मारन दी गल क्यों करनगे? ये बाणी कहंदी है, सतगुर निर्वैर पुत्र सत्र समाने औगण कटे करे सुध देहा। गुरु लई शत्रु ते मित्र एक समान ने, सब नूं तारन वाला है। पर इत्थे महाराज कहिंदे ने, ਜਿਹੜੇ ਮਨੁੱਖਤਾ ਨਾਲ ਵੈਰ ਕਮਾਉਂਦੇ ਨੇ ਅਕਾਲ ਪੁਰਖ, ਉਹਨਾਂ ਦੇ ਅੰਦਰ ਜੋ ਵੈਰ ਦੀ ਭਾਵਨਾ ਹੈ ਉਸ ਨੂੰ ਚੁਣ ਚੁਣ ਕੇ ਕੱਢ ਦੇ, ਮਿਟਾ ਦੇ ਉਸ ਭਾਵਨਾ ਨੂੰ। ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸੁਆਮੀ ਆਹਿਆ ਜੀਓ। ਸਭ ਸੱਜਣ ਬਣ ਜਾਣ, ਸਭ ਮਿੱਤਰ ਬਣ ਜਾਣ ਸਤਪੁਰਸ਼ਾਂ ਦੇ। ਹੁਣ ਜਿੱਥੇ ਬਹਿਰੂਨੀ ਦੁਸ਼ਮਣਾਂ ਨੂੰ ਮਾਰਨ ਦੀ ਵੀ ਬਾਤ ਹੈ ਨਾ, ਇੱਥੇ ਕੋਈ ਮਹਾਰਾਜ ਦੇ ਦੁਸ਼ਮਣ ਵੱਖਰੇ ਨਹੀਂ। ਜੋ ਇਨਸਾਨੀਅਤ ਦੇ ਵੈਰੀ ਨੇ, ਇਨਸਾਨੀਅਤ ਦਾ ਦਹਨ ਕਰਦੇ ਨੇ, ਲੋਕਾਈ ਨੂੰ ਮਾਰਦੇ ਨੇ, ਜਿਹੜੇ ਜ਼ੁਲਮ ਕਰਦੇ ਨੇ ਗਰੀਬ ਗੁਰਬੇ ਤੇ, ਜੋ ਇਨਸਾਨੀਅਤ ਦਾ ਵੈਰੀ ਉਹ ਗੁਰੂ ਦਾ ਵੈਰੀ ਹੋ ਨਿਬੜਦਾ ਹੈ। ਗੁਰੂ ਕਿਸੇ ਦਾ ਵੈਰੀ ਨਹੀਂ। ਹੁਣ ਐਸੇ ਜਿਹੜੇ ਗਿਆਨ ਦੀ ਬਾਤ ਨਹੀਂ ਸਮਝਦੇ, ਪਾਪ ਕਮਾਉਂਦੇ ਨੇ, ਮਨੁੱਖਤਾ ਦਾ ਘਾਣ ਕਰਦੇ ਨੇ, ਉਹਨਾਂ ਨੂੰ ਦੰਡਿਤ ਕਰ। ਐ ਅਕਾਲ ਪੁਰਖ ਉਹਨਾਂ ਦਾ ਖੁਰਾ ਖੋਜ ਮਿਟਾ। ਬਾਣੀ ਦਾ ਫਰਮਾਨ ਹੈ, ਗੁਰ ਕੇ ਚਰਨ ਹਿਰਦੈ ਵਸਾਏ, ਦੁੱਖ ਦੁਸ਼ਮਨ ਤੇਰੀ ਹੱਤੈ ਬੁਲਾਏ। ਚਾਹੇ ਦੁੱਖ ਨੇ ਚਾਹੇ ਦੁਸ਼ਮਣ ਨੇ, ਅਕਾਲ ਪੁਰਖ ਦੇ ਗੁਰੂ ਦੇ ਚਰਨ ਹਿਰਦੇ 'ਚ ਧਾਰ, ਦੋਵਾਂ ਦਾ ਹੀ ਖਾਤਮਾ ਹੋ ਜਾਵੇਗਾ। ਸੋ ਵਿਕਾਰਾਂ ਨੂੰ, ਬਹਿਰੂਨੀ ਦੁਸ਼ਮਣਾਂ ਨੂੰ ਚੁਣ ਚੁਣ ਕੇ ਖਤਮ ਕਰ ਦਿਓ, ਜੋ ਸਿੱਖ ਸੇਵਕਾਂ ਨੂੰ ਤੰਗ ਕਰਦੇ ਨੇ, ਜਾਂ ਬਹਿਰੂਨੀ ਦੁਸ਼ਮਣ ਜੋ ਇਨਸਾਨੀਅਤ ਨੂੰ ਖਤਮ ਕਰ ਰਹੇ ਨੇ। ਅਰਿਸ਼ਟ ਲੋਕਾਂ ਦਾ ਖਾਤਮਾ ਕਰੋ। ਅੱਗੇ ਮਹਾਰਾਜ ਕਹਿੰਦੇ ਨੇ, ਆਪ ਹਾਥ ਉਦੈ ਮੁਝੈ ਉਭਰਿਐ। ਅਕਾਲ ਪੁਰਖ ਅੱਗੇ ਬੇਨਤੀ ਕਰੋ, ਪਰਮਾਤਮਾ ਸਾਨੂੰ ਹੱਥ ਰੱਖ ਕੇ ਵਿਕਾਰਾਂ ਤੋਂ, ਕਾਮਾਦਿਕ ਵੈਰੀਆਂ ਤੋਂ, ਪ੍ਰਤੱਖ ਜੋ ਸਥੂਲ ਦੁਸ਼ਮਣ ਨੇ, ਜੋ ਦੁਸ਼ਮਣ ਨੇ, ਉਹਨਾਂ ਤੋਂ ਉਭਾਰ ਲੈ, ਉਪਰਾਮ ਕਰ ਲੈ, ਉਹਨਾਂ ਤੋਂ ਵੱਖਰਾ ਕਰ ਲੈ, ਸਾਡਾ ਬਚਾਅ ਕਰ। ਹੱਥ ਦਾ ਮਤਲਬ ਹੈ ਹਸਤ। ਤੂੰ ਹੱਥ ਰੱਖ ਕੇ ਸਾਡੇ ਤੇ ਬਖਸ਼ਿਸ਼ ਕਰ। ਇੱਥੇ ਲਫ਼ਜ਼ ਵਰਤਿਆ ਉਭਰਿਆ। ਉਭਰਨ ਕਹਿੰਦੇ ਨੇ ਜਿਹੜਾ ਉੱਪਰ ਹੋ ਜਾਂਦਾ ਹੈ, ਵਿਕਾਰਾਂ ਤੋਂ ਉੱਪਰ ਉਠਾ ਸਾਨੂੰ। ਕਾਮ ਕ੍ਰੋਧ ਲੋਭ ਮੋਹ ਹੰਕਾਰ ਮੋਹ ਮਾਇਆ ਤੋਂ ਉੱਪਰ ਉਠਾ, ਦੁਸ਼ਮਣਾਂ ਤੋਂ ਸਾਨੂੰ ਬਚਾਉਣਾ ਕਰ। ਸੋ ਅੱਗੇ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ, ਮਰਨ ਕਾਲ ਕਾ ਤਰਾਸ ਨਿਵਰਿਆ। ਦੇਖੋ ਇੱਕ ਗੱਲ ਤੈਅ ਹੈ, ਸਾਨੂੰ ਦੁੱਖਾਂ ਦਾ ਵੀ ਤਰਾਸ ਹੈ, ਦੁੱਖਾਂ ਤੋਂ ਵੀ ਡਰਦੇ ਹਾਂ, ਰੋਗਾਂ ਦਾ ਭੈ ਹੈ, ਸੋਗਾਂ ਦਾ ਵੀ ਸਾਨੂੰ ਡਰ ਹੈ। ਕੋਈ ਦਾਵਾ ਕਰ ਵੀ ਦਵੇ ਵੀ ਮੈਂ ਨਹੀਂ ਡਰਦਾ ਰੋਗ ਸੋਗ ਤੋਂ, ਮੈਂ ਨਹੀਂ ਡਰਦਾ ਕਿਸੇ ਦੁਸ਼ਮਣ ਤੋਂ, ਤੇ ਕਹਿੰਦੇ ਮੌਤ ਦਾ ਡਰ ਤੇ ਸਭ ਨੂੰ ਹੀ ਹੁੰਦਾ ਹੈ, ਕਿਉਂਕਿ ਉਹਨੂੰ ਜਿੱਤਿਆ ਤੇ ਜਾ ਨਹੀਂ ਸਕਦਾ। ਸੋ ਅਕਾਲ ਪੁਰਖ ਸਭ ਤੋਂ ਵੱਡਾ ਭੈ ਜਿਹੜਾ ਹੈ, ਦੁਸ਼ਮਣਾਂ ਨਾਲੋਂ ਵੀ ਵੱਧ ਕੇ, ਵਿਕਾਰਾਂ ਨਾਲੋਂ ਵੀ ਵੱਧ ਕੇ, ਉਹ ਹੈ ਮੌਤ ਦਾ, ਉਹ ਹੈ ਮਰਨ ਦਾ। ਮਰਨ ਕੀ ਹੈ? ਪ੍ਰਾਣਾਂ ਦਾ ਸਰੀਰ ਤੋਂ ਵੱਖ ਹੋ ਜਾਣਾ, ਵਿਯੋਗ ਹੋ ਜਾਣਾ। ਕਾਲ ਸਮੇਂ ਨੂੰ ਵੀ ਕਹਿੰਦੇ ਨੇ,
ਕਾਲ ਮੌਤ ਨੂੰ ਵੀ ਕਹਿੰਦੇ ਨੇ, ਜਮਾਂ ਨੂੰ ਵੀ ਕਹਿੰਦੇ ਨੇ। ਮਹਾਰਾਜ ਜੋ ਜਮ ਨੇ, ਜੋ ਮੌਤ ਹੈ, ਉਹਦਾ ਸਾਨੂੰ ਤਰਾਸ ਹੈ, ਉਹਦਾ ਸਾਨੂੰ ਭੈ ਹੈ, ਉਹਦਾ ਸਾਨੂੰ ਡਰ ਹੈ। ਇਹ ਬੇਨਤੀ ਕਰਿਆ ਕਰੋ, ਉਹ ਡਰ ਨੂੰ ਤੂੰ ਨਿਵਰਤ ਕਰ, ਉਸ ਡਰ ਦਾ ਤੂੰ ਖੁਰਾ ਖੋਜ ਮਿਟਾ ਦੇ। ਇਹ ਸਾਨੂੰ ਸਿਖਾਉਂਦੇ ਨੇ ਬੇਨਤੀ ਕਰਨੀ ਕਾਲ ਪੁਰਖ ਅੱਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਸੇ ਦਾ ਡਰ ਨਹੀਂ। ਅੱਲਾ ਯਾਰ ਖਾਂ ਕਹਿੰਦੇ ਉਹ ਬੇਖੌਫ ਹੈ, ਉਹਦੇ ਤੇ ਲੱਖਾਂ ਦੁਸ਼ਮਣ ਚੜ੍ਹ ਕੇ ਆਉਂਦੇ ਨੇ, ਉਹਦੇ ਕੋਲ ਮੁੱਠੀ ਪਰ ਸਿੰਘ ਹੁੰਦੇ ਨੇ। ਉਹ ਕਹਿੰਦਾ ਨੰਦਾਂ ਦੀ ਪੁਰੀ ਦੇ ਘੇਰੇ ਦਰਮਿਆਨ ਅਗਰ ਤੁਸੀਂ ਨਦਰ ਦੌੜਾਓ ਤੇ ਵੱਡੇ ਤੋਂ ਵੱਡਾ ਸੂਰਮਾ ਪੈ ਪੀਤ ਹੋ ਜਾਵੇ, ਏਡਾ ਵੱਡਾ ਘੇਰਾ ਹੈ। जिस दम आनंदपुर में सतगुरु मुकीम थे, हमगा घर के लोग थे और कुछ नदीम थे, किले को घेरे चारों तरफ से गनीम थे, टूटे से रिज्क दिल सिंगो दो नीम थे। भुखे भाणे सिंह लखां दा घेरा, गुरु गोबिंद सिंह नहीं डरदे। जिस रन में लड़ा बेसरो सामान लड़ा तू, 100 सिंह लिए लाखों पे जा जा के पड़ा तू। अरबी फारसी ਦਾ ਮਹਾਨ ਵਿਦਵਾਨ ਕਹਿੰਦਾ, ਉਰਦੂ ਦਾ ਮਹਾਨ ਸ਼ਾਇਰ ਕਹਿੰਦਾ, ਤੂੰ ਲੱਖਾਂ ਨੂੰ ਢਾ ਲੈਂਦਾ ਸੀ ਮੁੱਠੀ ਪਰ ਸਿੰਘ ਲੈ ਕੇ। ਗੁਰੂ ਨੂੰ ਕਿਸੇ ਦਾ ਡਰ ਨਹੀਂ ਹੈ, ਗੁਰੂ ਨੂੰ ਕੋਈ ਰੱਖਿਆ ਨਹੀਂ ਚਾਹੀਦੀ। ਗੁਰੂ ਆਪ ਅਕਾਲ ਪੁਰਖ ਦਾ ਸਵਰੂਪ ਹੈ। ਅਗਰ ਕੋਈ ਬੇਨਤੀ ਕਰ ਰਹੇ ਨੇ ਤੇ ਸਾਨੂੰ ਇਹ ਸਿਖਾਉਂਦੇ ਨੇ, ਜਦੋਂ ਵੀ ਭੀੜ ਪਵੇ, ਜਦੋਂ ਵੀ ਵਿਕਾਰ ਢਾ ਲੈਣ, ਦੁਸ਼ਮਣ ਢਾ ਲੈਣ, ਇੱਕ ਅਕਾਲ ਪੁਰਖ ਨੂੰ ਯਾਦ ਕਰਿਓ, ਤੁਹਾਡੀ ਰੱਖਿਆ ਕਰੇਗਾ ਉਹ, ਜੋ ਗੁਰਾਂ ਦਾ ਨਿਰਗੁਣ ਸਰੂਪ ਹੈ। ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਆਪ ਪਰਮ ਈਸ਼ਵਰ ਹੈ, ਉਹਨੂੰ ਕਿਸੇ ਦਾ ਭੈ ਨਹੀਂ ਹੈ। ਦੇਖੋ ਇਹ ਗੱਲ ਤੈਅ ਹੈ, ਬਾਣੀ ਦਾ ਫਰਮਾਨ ਹੈ, ਮਰਨ ਲਿਖਾਏ ਆਏ ਨਹੀਂ ਰਹਿਣਾ। ਜੋ ਵੀ ਦੁਨੀਆ ਤੇ ਪੈਦਾ ਹੋਇਆ ਹੈ ਉਹਨੇ ਮਰਨਾ ਹੈ, ਇਹ ਸੱਚਾਈ ਹੈ। ਪਰ ਫਿਰ ਵੀ ਅਸੀਂ ਮੁਨਕਰ ਹੋ ਰਹੇ ਹਾਂ ਇਸ ਸੱਚਾਈ ਤੋਂ, ਭੁੱਲਣਾ ਚਾਹੁੰਦੇ ਹਾਂ ਮੌਤ ਨੂੰ, ਡਰਦੇ ਹਾਂ ਮੌਤ ਤੋਂ। ਅੱਛਾ, ਮੌਤ ਦਾ ਜਿਹੜਾ ਛੋਟਾ ਹੈ ਨਾ, ਹੈ ਬੜਾ ਦੁਖਦਾਇਕ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਕਬੀਰ ਜੀ ਮਹਾਰਾਜ ਕਹਿੰਦੇ ਜਮਾਂ ਦਾ ਛੋਟਾ ਦੁਖਦਾਇਕ ਹੈ, ਮੌਤ ਸੁਖਾਲੀ ਨਹੀਂ ਆਉਂਦੀ। ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ। ਤੁਸੀਂ ਵੇਖੋਗੇ ਮੌਤ ਹੁੰਦੀ ਹੈ, ਬਲੱਡ ਨਿਕਲ ਆਉਂਦਾ, ਗੰਦਗੀ ਸਰੀਰ ਚੋਂ ਨਿਕਲਦੀ ਹੈ, ਇਹਦਾ ਮਤਲਬ ਵੀ ਅੰਦਰ ਭੰਨ ਤੋੜ ਕੀਤੀ ਗਈ ਹੈ। ਸਰੀਰ ਦੇ ਨਾਲ ਉਸ ਰੂਹ ਦੀ ਪਕੜ ਐਸੀ ਬਣ ਗਈ, ਉਹ ਰੂਹ ਛੱਡਣਾ ਨਹੀਂ ਚਾਹੁੰਦੀ ਸਰੀਰ ਨੂੰ, ਫਿਰ ਧੱਕੇ ਨਾਲ ਜੰਮ ਕੱਢਦੇ ਨੇ। ਇਹ ਬੜੀ ਮੁਸ਼ਕਿਲ ਘੜੀ ਹੈ। ਸੋ ਮਹਾਰਾਜ, ਇਹ ਮੌਤ ਦਾ ਭੈ ਬੜਾ ਸਤਾਉਂਦਾ ਹੈ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੇ ਅਰ ਗਰਭ ਬਸੇਰਾ। ਇਹ ਦੁੱਖ ਸਾਡਾ ਤੂੰ ਕੱਟ, ਸਾਡੇ ਅੰਦਰੋਂ ਮੌਤ ਦਾ ਭੈ ਫਿਕਰ ਖਤਮ ਹੋਵੇ, ਆਵਾਗਮਨ ਤੋਂ ਮੁਕਤ ਹੋਈਏ, ਸਾਨੂੰ ਗਰਭ ਵਿੱਚ ਨਾ ਆਉਣਾ ਪਵੇ। ਨਿਰਭਉ ਭਏ ਖਸਮ ਰੰਗ ਰਾਤੇ, ਜਮ ਕੀ ਤਰਾਸ ਬੁਝਾਏ। ਫਿਰ ਹੋਵੇਗਾ ਕੀ, ਕਹਿੰਦੇ ਜਿਹੜਾ ਅਕਾਲ ਪੁਰਖ ਨੂੰ ਯਾਦ ਕਰੇਗਾ ਨਿਰਭਉ ਹੋ ਜਾਵੇਗਾ, ਉਹਨੂੰ ਮੌਤ ਦਾ ਭੈ ਨਹੀਂ ਰਵੇਗਾ। ਖਸਮ ਦੇ ਰੰਗ ਵਿੱਚ ਰੰਗਿਆ ਹੋਇਆ ਜਮਾਂ ਦੀ ਤਰਾਸ ਨੂੰ ਉਹ ਮਿਟਾ ਲਵੇਗਾ। ਕਹਿੰਦੇ ਬੇਨਤੀ ਕਰਿਆ ਕਰੋ ਨਾਨਕ, ਦਾਸ ਸਦਾ ਸੰਗ ਸੇਵਕ, ਤੇਰੀ ਭਗਤ ਕਰੋਂ ਲਿਵ ਲਾਏ। ਐ ਅਕਾਲ ਪੁਰਖ ਤੇਰੀ ਭਗਤੀ ਕਰਾਂਗਾ, ਆਪਣੇ ਸੇਵਕ ਦੇ ਸਦਾ ਨਾਲ ਰਹੀਂ ਤੂੰ। ਸੋ ਮੌਤ ਦੇ ਡਰ ਤੋਂ ਬਚਾ ਲਈ। ਮੌਤ ਆਉਣੀ ਹੈ, ਕੋਈ ਦੋ ਰਹਿ ਨਹੀਂ। ਤੂੰ ਸੁਖਮਣੀ ਪੜ੍ਹ ਜਾਂ ਸਾਕਤ ਬਣ, ਮੌਤ ਆਉਣੀ ਹੈ। ਪਰ ਸਾਕਤ ਤਿਲ ਤਿਲ ਮਰਦਾ ਹੈ, ਮੌਤ ਤੋਂ ਭੈ ਭੀਤ ਹੁੰਦਾ ਹੈ, ਔਖਾ ਸਮਾਂ ਆਉਂਦਾ ਹੈ ਅੰਤਲਾ ਉਸ ਦਾ। ਗੁਰਮੁਖ ਜਿਹੜੇ ਨੇ ਉਹ ਭਾਣੇ ਦੇ ਵਿੱਚ, ਆਨੰਦ ਦੇ ਵਿੱਚ ਚੋਲਾ ਇਉਂ ਤਿਆਗਦੇ ਨੇ ਸਰੀਰ ਦਾ, ਜਿਵੇਂ ਸੱਪ ਕੁੰਜ ਲਾ ਕੇ ਚਲਿਆ ਜਾਂਦਾ ਹੈ। ਉਹਨਾਂ ਨੂੰ ਭੈ ਨਹੀਂ ਰਹਿੰਦਾ ਮੌਤ ਦਾ। ਤਕਰੀਬਨ 10 ਲੱਖ ਦੇ ਇਰਦ ਗਿਰਦ ਸ਼ਹੀਦੀ ਹੈ ਸਿੱਖ ਜਗਤ ਵਿੱਚ, ਦੀਨ ਲਈ, ਮਜ਼ਲੂਮ ਲਈ, ਧਰਮ ਲਈ। ਜੇ ਡਰ ਹੁੰਦਾ, ਮੌਤ ਦਾ ਭੈ ਹੁੰਦਾ, ਜੇ ਬਾਣੀ ਨੇ ਨਿਵਰਤੀ ਨਾ ਕੀਤੀ ਹੁੰਦੀ ਮੌਤ ਦੇ ਡਰ ਦੀ, ਤੇ ਸਿਰ ਨਹੀਂ ਸੀ ਦਿੱਤਾ ਜਾ ਸਕਦਾ। ਔਰ ਇਹ ਗੁਰੂ ਨੇ ਸਿਖਾਇਆ, ਨਾਮ ਜਪ ਕੇ ਨਿਰਭਉ ਹੋਣਾ ਹੈ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਨ, ਸੀਸ ਦਿਆ ਪਰ ਸੀ ਨਾ ਉਚਰੀ। ਗੁਰੂ ਤੇਗ ਬਹਾਦਰ ਸਾਹਿਬ ਨੇ ਸਿਰ ਦੇ ਕੇ ਦਰਸਾ ਦਿੱਤਾ,
ਵੀ ਮੌਤ ਦਾ ਭੈ ਨਹੀਂ ਹੈ, ਸੀ ਨਹੀਂ ਆਖੀ, ਕੋਈ ਦਰਦ ਨਹੀਂ ਹੈ, ਕਿਉਂਕਿ ਬਾਣੀ ਦਾ ਨਸ਼ਾ ਐਸਾ ਹੈ। ਸੋ ਗੁਰੂ ਗੋਬਿੰਦ ਸਿੰਘ ਕਹਿੰਦੇ, ਮੌਤ ਦੇ ਡਰ ਤੋਂ ਨਿਵਰਤੀ ਚਾਹੁੰਦੇ ਹੋ, ਅਕਾਲ ਪੁਰਖ ਅੱਗੇ ਬੇਨਤੀ ਕਰਿਆ ਕਰੋ। ਤੁਹਾਡਾ ਜਿਹੜਾ ਤਰਾਸ ਹੈ ਜਨਮ ਅਤੇ ਮਰਨ ਦਾ ਭੈ ਖਤਮ ਕਰੇਗਾ। ਜੰਮਣਾ ਵੀ ਇੱਕ ਭੈ ਹੈ। ਕੌਣ ਮਾਂ ਦੇ ਗਰਭ ਵਿੱਚ 10 ਮਹੀਨੇ ਪੁੱਠਾ ਲੜਕਿਆ ਰਵੇ, ਇਹ ਮੁਸ਼ਕਿਲ ਹੈ। ਸੋ ਕਹਿੰਦੇ ਜੰਮਣ ਤੇ ਮਰਨ ਉਹ ਕੱਟ ਦਵੇਗਾ ਜੇ ਤੁਸੀਂ ਉਹਦੇ ਅੱਗੇ ਬੇਨਤੀ ਕਰੋਗੇ। ਇਸ ਜੀਵਨ ਵਿੱਚ ਵਿਚਰਦਿਆਂ ਇੱਕ ਇਹ ਵੀ ਬੇਨਤੀ ਕਰਨੀ ਹੈ, ਹੂਜੋ ਸਦਾ ਹਮਾਰੇ ਪੱਛਾ। ਪਰਮਾਤਮਾ ਤੂੰ ਮੇਰੇ ਪਕਸ਼ ਵਿੱਚ ਹੋ ਜਾ। ਪੱਛਾ ਦਾ ਭਾਵ ਹੈ ਪੱਖ ਕਰਨਾ, ਤਰਫਦਾਰੀ ਕਰਨੀ, ਧੜੇ ਵਿੱਚ ਹੋ ਜਾਣਾ। ਐ ਅਕਾਲ ਪੁਰਖ ਤੂੰ ਮੇਰੇ ਪਕਸ਼ ਵਿੱਚ ਰਹਿ, ਮੈਨੂੰ ਗ੍ਰਹਿਣ ਕਰ ਲਾ, ਮੈਨੂੰ ਆਪਣਾ ਸੇਵਕ ਬਣਾ, ਮੈਨੂੰ ਆਪਣੇ ਧੜੇ ਵਿੱਚ ਪੱਕਾ ਕਰ ਲੈ। ਸਦਾ ਤੇਰੇ ਪੱਖ ਵਿੱਚ ਰਹੀਏ, ਤੂੰ ਸਾਡੀ ਤਰਫਦਾਰੀ ਕਰ, ਤੇਰੇ ਅਸੀਂ ਸਦਾ ਬਣ ਕੇ ਰਹੀਏ। ਲੋਕਾਂ ਨੇ ਹੋਰ ਬੜੇ ਧੜੇ ਬਣਾਏ ਨੇ, ਬੜੇ ਯਾਰ ਮਿੱਤਰ ਬਣਾਏ ਨੇ, ਪਰ ਇਹ ਪਤਾ ਹੈ ਸਭ ਛੱਡਣ ਵਾਲੇ ਨੇ। ਤੇਰੇ ਧੜੇ ਵਿੱਚ ਰਵਾਂਗੇ ਤੇ ਤੂੰ ਹਿਫਾਜ਼ਤ ਦਵੇਂਗਾ ਲੋਕ ਪਰਲੋਕ ਅੰਦਰ। ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਸਵਾਈ। ਕੋਈ ਕਹਿੰਦਾ ਪੁੱਤਰ ਕੰਮ ਆਵੇਗਾ, ਜਵਾਈ ਕੰਮ ਆਵੇਗਾ, ਕੁੜਮ ਕੰਮ ਆਵੇਗਾ, ਸਮਧੀ ਕੰਮ ਆਉਣਗੇ, ਯਾਰ ਕੰਮ ਆਉਣਗੇ। ਕਈਆਂ ਚੌਧਰੀ ਯਾਰ ਬਣਾ ਲਏ, ਚੌਧਰੀਆਂ ਦੇ, ਅਮੀਰ ਲੋਕਾਂ ਦੇ ਆਪਣੇ ਮਨੋਰਥਾਂ ਦੀ ਖਾਤਰ, ਮਤਲਬਾਂ ਦੀ ਖਾਤਰ ਯਾਰੀ ਪਾ ਲਈ। ਕਹਿੰਦੇ ਗੱਲ ਨਹੀਂ ਬਣੇਗੀ, ਕੋਈ ਔਖੀ ਘੜੀ 'ਚ ਕੰਮ ਨਹੀਂ ਆਵੇਗਾ। ਹਮਰਾ ਧੜਾ ਹਰ ਰਹਿਆ ਸਮਾਈ, ਅਕਾਲ ਪੁਰਖ ਦੇ ਧੜੇ ਵਿੱਚ ਵੱਜ ਜਾਓ ਜੋ ਸਦਾ ਅੰਗ ਸੰਗ ਰਹਿੰਦਾ ਹੈ। ਹਮ ਹਰਸਿਓ ਧੜਾ ਕੀਆ ਮੇਰੀ ਹਰ ਟੇਕ, ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ। ਹਉ ਹਰ ਗੁਣ ਗਾਵਾਂ ਅਸੰਖ ਅਨੇਕ, ਹੈ ਅਕਾਲ ਪੁਰਖ ਮੈਂ ਤੇਰੇ ਗੀਤ ਗਾਉਣਾ, ਤੂੰ ਹੀ ਮੇਰੇ ਸਿਰ ਦਾ ਸਾਈਂ ਹੈ, ਮੈਂ ਤੇਰੇ ਹੀ ਧੜੇ ਵਿੱਚ ਹਾਂ, ਮੈਂ ਹੋਰ ਕਿਸੇ ਦਾ ਆਸਰਾ ਨਹੀਂ ਤੱਕਿਆ ਤੇਰੇ ਬਿਨਾਂ। ਸੋ ਕਿਰਪਾ ਕਰ ਸਾਡਾ ਪੱਖ ਲੈ, ਰੋਗਾਂ ਸੋਗਾਂ ਤੋਂ ਸਾਡੀ ਰੱਖਿਆ ਕਰ। ਤੇ ਜਦੋਂ ਅਕਾਲ ਪੁਰਖ ਤੁਹਾਡੇ ਪਕਸ਼ ਵਿੱਚ ਹੋ ਗਿਆ ਨਾ, ਤੁਹਾਡੇ ਪੱਖ ਵਿੱਚ ਹੋ ਗਿਆ, ਤੁਹਾਨੂੰ ਫਿਰ ਹੋਰ ਕਿਸੇ ਸਹਾਰੇ ਦੀ ਲੋੜ ਨਾ ਰਹੀ, ਕਿਸੇ ਦੀ ਮੁਥਾਜੀ ਨਾ ਰਹੀ, ਕੋਈ ਫਿਕਰ ਨਾ ਰਿਹਾ। ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ੰਦਾ, ਫਿਰ ਕੋਈ ਮੁਥਾਜੀ ਨਹੀਂ, ਕਿਸੇ ਦੀ ਲੋੜ ਨਹੀਂ ਰਹਿੰਦੀ। ਸੋ ਐ ਪ੍ਰਮਾਤਮਾ ਸਾਨੂੰ ਆਪਣੇ ਧੜੇ ਵਿੱਚ ਰੱਖ, ਸਾਡੇ ਪੱਖ ਵਿੱਚ ਤੂੰ ਆਪ ਖਲੋ ਜਾ। ਸ੍ਰੀ ਅਸ ਤੁਜਜੂ ਕਰਿਓ ਰਛਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਐ ਸ੍ਰੀ ਅਸ ਧੁਜ, ਇਹਦਾ ਮਤਲਬ ਸਮਝਿਓ, ਅਸ ਤਲਵਾਰ ਨੂੰ ਕਹਿੰਦੇ ਨੇ, ਤੇ ਧੁਜ ਦਾ ਭਾਵ ਹੈ ਧੁਜਾ। ਧੁਜ ਦਾ ਭਾਵ ਹੈ ਕੇਤ, ਨਿਸ਼ਾਨ, ਝੰਡਾ। ਐ ਅਕਾਲ ਪੁਰਖ ਤਲਵਾਰ ਧਾਰੀ, ਕਾਲ ਕੇ ਕਾਲ ਅਕਾਲ, ਜਿਹਦਾ ਚਿੰਨ੍ਹ ਤਲਵਾਰ ਹੈ। ਗਿਆਨ ਦੀ ਤਲਵਾਰ ਨਾਲ ਅਗਿਆਨ ਨੂੰ ਕੱਟਦਾ ਹੈ, ਵਿਕਾਰਾਂ ਨੂੰ ਕੱਟਦਾ ਹੈ, ਤੇ ਪ੍ਰਤੱਖ ਸੂਰਬੀਰਾਂ ਦੇ ਅੰਦਰ ਅਜ਼ਮਤਾਂ ਬਖਸ਼ ਕੇ, ਲੋਹ ਖੜਗ ਦੇ ਕੇ ਇਨਸਾਨੀਅਤ ਦੇ ਵੈਰੀਆਂ ਦਾ ਘਾਣ ਕਰਵਾ ਦਿੰਦਾ ਹੈ। ਸੋ ਇਹ ਖੜਗਧਾਰੀ ਅਕਾਲ ਪੁਰਖ, ਇਹ ਵੀਰ ਰਸੀ ਲਫ਼ਜ਼ ਭਾਰਤ ਵਰਸ਼ ਦੀ ਇਸ ਲੋਕਾਈ ਦੇ ਅੰਦਰ ਸੂਰਬੀਰਤਾ ਭਰਨ ਲਈ ਪਾਤਸ਼ਾਹ ਨੇ ਅਕਾਲ ਪੁਰਖ ਦੇ ਨਵੇਂ ਨਵੇਂ ਨਾਮ ਚਿੱਤਰੇ ਸਨ। ਪ੍ਰੇਮ ਰਸੀ ਨਾਵਾਂ ਤੋਂ ਵੀਰ ਰਸੀ ਨਾਮ ਪ੍ਰਗਟ ਕੀਤੇ ਮਹਾਰਾਜ ਨੇ, ਲੋਕਾਈ ਵਿੱਚ ਜਜ਼ਬਾ ਪੈਦਾ ਕਰਨ ਲਈ, ਗੁਲਾਮੀ ਦੇ ਨਾਲ ਲੜਨ ਦੀ ਬਰਕਤ ਦੇਣ ਦੇ ਲਈ। ਆਏ ਅਸਤੁਜ, ਆਏ ਪ੍ਰਮਾਤਮਾ ਮੇਰੀ ਰੱਖਿਆ ਕਰ। ਜੂ ਦਾ ਮਤਲਬ ਹੁੰਦਾ ਜੀ, ਆਦਰ ਬੋਧਕ ਸ਼ਬਦ ਹੈ। ਮਹਾਰਾਜ ਹੁਣ ਬਿਹਾਰ ਦੇ ਵਿੱਚ ਪਟਨਾ ਸਾਹਿਬ ਪ੍ਰਗਟ ਹੋਏ ਨੇ। ਤਹੀਂ ਪ੍ਰਕਾਸ਼ ਹਮਾਰਾ ਭਾਇਓ ਪਟਨਾ ਸ਼ਹਿਰ ਵਿਖੇ ਭਵਲੈ। ਆਟੋਬਾਇਓਗ੍ਰਾਫੀ ਬਚਿੱਤਰ ਨਾਟਕ 'ਚੋਂ ਲਿਖਦੇ ਨੇ ਆਪਣੇ ਆਗਾਜ਼ ਬਾਬਤ। ਹੁਣ ਉੱਥੋਂ ਦੀ ਬੋਲੀ ਥੋੜ੍ਹੀ ਥੋੜ੍ਹੀ ਵਿੱਚ ਵਰਤੀ ਜਾਂਦੇ ਨੇ ਮਹਾਰਾਜ, ਉੱਥੇ ਜੀ ਨੂੰ ਜੂ ਕਹਿ ਦਿੰਦੇ ਨੇ। ਇਹ
ਆਦਰ ਦੇਣ ਲਈ ਲਫ਼ਜ਼ ਹੈ ਸ੍ਰੀ ਅਸਤੁਜੂ, ਭਾਵ ਐ ਅਸਤੁਜ, ਐ ਪਰਮਾਤਮਾ ਜੀ ਮੇਰੀ ਰੱਖਿਆ ਕਰੋ, ਰਛਾ ਕਰੋ, ਮੇਰੀ ਹਿਫਾਜ਼ਤ ਕਰੋ, ਮੇਰੀ ਪਰਵਰਿਸ਼ ਕਰੋ, ਸ਼ੁਭ ਗੁਣਾਂ ਨੂੰ ਬਚਾ ਕੇ ਰੱਖੋ। ਮਹਾਨ ਗੁਣ ਜੋ ਸਾਡੇ ਅੰਤਸ਼ਕਰਨ ਵਿੱਚ ਨੇ ਉਹ ਕਿਤੇ ਵਿਕਾਰ ਲੁੱਟ ਕੇ ਨਾ ਲੈ ਜਾਣ, ਤੁਸੀਂ ਉਹਨਾਂ ਮਹਾਨ ਗੁਣਾਂ ਦੀ ਵੀ ਰੱਖਿਆ ਕਰੋ। ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਰੱਖਿਆ ਕਰਹੁ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ, ਐ ਅਕਾਲ ਪੁਰਖ ਮੇਰੀ ਰੱਖਿਆ ਕਰ, ਮੈਂ ਤੇਰੇ ਨਾਮ ਦੇ ਹੀ ਆਸਰੇ ਹਾਂ। ਸੋ ਇਹ ਸਦੀਵੀ ਬੇਨਤੀਆਂ ਕਰਦੇ ਰਿਹਾ ਕਰੋ, ਤੁਹਾਨੂੰ ਰੋਗਾਂ ਸੋਗਾਂ ਤੋਂ ਰੱਖੇਗਾ ਉਹ। ਰਾਖ ਲਿਹੋ ਮੋਹਿ ਰਾਖਨ ਹਾਰੇ, ਤੇਰੇ ਅੱਗੇ ਬੇਨਤੀ ਅਕਾਲ ਪੁਰਖ ਅਸੀਂ ਤਾਂ ਕਰਦੇ ਹਾਂ ਕਿਉਂਕਿ ਤੂੰ ਹੀ ਰੱਖਣ ਵਾਲਾ ਹੈ, ਰਕਸ਼ਕ ਹੈ, ਤੂੰ ਹੀ ਬਚਾਉਣ ਵਾਲਾ ਹੈ। ਤੇਰੇ ਤੋਂ ਲਹਿਦਾ ਕੋਈ ਰੱਖਣ ਵਾਲਾ ਜਾਪਦਾ ਹੀ ਨਹੀਂ ਹੈ, ਕਿਉਂਕਿ ਤੇਰੇ ਤੋਂ ਬਿਨਾਂ ਕੋਈ ਆਪਣੇ ਆਪ ਨੂੰ ਰੱਖ ਨਹੀਂ ਸਕਿਆ ਦੁਨੀਆ ਤੇ, ਸਭ ਮਿਟ ਗਏ। ਤੂੰ ਸਦੀਵੀ ਹੈ, ਤੇ ਜੇ ਤੂੰ ਸਦੀਵੀ ਹੈ, ਤੇਰੀ ਰੱਖਿਆ ਸਾਨੂੰ ਹਾਸਲ ਹੋ ਜਾਵੇ ਤੇ ਸਾਡਾ ਨਾਮ ਹੀ ਸਦੀਵੀ ਰਹਿ ਜਾਵੇਗਾ। ਮੋਹ ਮਾਇਆ ਤੋਂ ਰੱਖਣ ਵਾਲੇ ਪਰਮਾਤਮਾ, ਵਿਕਾਰਾਂ ਤੋਂ ਰੱਖਣ ਵਾਲੇ ਪਰਮਾਤਮਾ, ਕਿਰਪਾ ਕਰ। ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ, ਕਹਿੰਦੇ ਇੱਕ ਅਕਾਲ ਪੁਰਖ ਹੀ ਇਸ ਮਨ ਦਾ, ਆਤਮਾ ਦਾ ਮਿੱਤਰ ਹੈ। ਉਹੀ ਵਿਕਾਰਾਂ ਤੋਂ ਇਸ ਨੂੰ ਰੱਖ ਸਕਦਾ ਹੈ, ਉਹੀ ਤਨ ਨੂੰ, ਪਿੰਡ ਨੂੰ ਰੋਗਾਂ ਤੋਂ ਰੱਖ ਸਕਦਾ ਹੈ, ਦੁਸ਼ਮਣਾਂ ਤੋਂ ਰੱਖ ਸਕਦਾ ਹੈ। ਇੱਕ ਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ, ਉਹ ਪ੍ਰਾਣਾਂ ਦਾ ਵੀ ਆਸਰਾ ਹੈ। ਜ਼ਿੰਦਗੀ ਉਸ ਦੀ ਬਖਸ਼ੀ ਹੈ, ਸਵਾਸ ਉਸ ਦੇ ਬਖਸ਼ੇ ਨੇ, ਔਰ ਉਹ ਰੱਖ ਵੀ ਸਕਦਾ ਹੈ ਇਸ ਜ਼ਿੰਦਗੀ ਨੂੰ। ਕਹਿੰਦੇ ਤਿਸ ਸਰਣਾਈ ਸਦਾ ਸੁਖ, ਪਾਰ ਬ੍ਰਹਮ ਕਰਤਾਰ, ਉਹ ਕਰਤਾ ਹੈ, ਦੁਨੀਆ ਨੂੰ ਸਾਜਦਾ ਹੈ। ਜਿਹੜਾ ਵੀ ਉਹਦੀ ਸ਼ਰਨ ਰਵੇਗਾ ਉਹਨੂੰ ਸਦਾ ਸੁਖ ਹੋਵੇਗਾ। ਸੋ ਮਹਾਰਾਜ ਕਹਿੰਦੇ ਨੇ ਐ ਮੇਰੇ ਨਿਰਗੁਣ ਸਰੂਪ ਮੇਰੀ ਵੀ ਰੱਖਿਆ ਕਰ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਤਿਗੁਰੂ ਕਾ ਰੱਖਣ ਹਾਰਾ ਹਰ ਆਪ ਹੈ। ਆਪਣੇ ਸਰਗੁਣ ਸਰੂਪ ਗੁਰੂ ਨੂੰ ਵੀ ਉਹ ਅਕਾਲ ਪੁਰਖ ਆਪ ਹੀ ਰੱਖਦਾ ਹੈ। ਸਤਿਗੁਰੂ ਕੈ ਪਿੱਛੇ ਹਰ ਸਭ ਉਭਾਰਿਆ, ਜਿਹੜੇ ਜਿਹੜੇ ਗੁਰੂ ਦੇ ਧੜੇ ਵਿੱਚ ਆਏ ਉਹਨਾਂ ਨੂੰ ਵੀ ਅਕਾਲ ਪੁਰਖ ਰੱਖ ਲੈਂਦਾ ਹੈ। ਫਿਰ ਜਿਹੜੇ ਅਕਾਲ ਪੁਰਖ ਦੀ ਰੱਖਿਆ ਵਿੱਚ ਆਏ, ਜਿਹੜੇ ਉਹਦੇ ਹੁਕਮ ਵਿੱਚ ਆਏ, ਜਿੰਨੇ ਵੀ ਰੋਗ ਸੋਗ ਉਹਨਾਂ ਦੇ ਦੁਸ਼ਮਣ ਸਨ, ਪਰਮਾਤਮਾ ਨੇ ਸਾਰਿਆਂ ਪਾਸੋਂ ਬਚਾਉਣਾ ਕੀਤਾ। ਰਾਖ ਲੀਏ ਤਿਨ ਰੱਖਣ ਹਾਰ, ਸਭ ਬਿਆਦ ਮਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਕਿਰਪਾ ਕੀਤੀ ਉਹਨੇ, ਆਦੀਆਂ ਬਿਆਦੀਆਂ ਰੋਗ ਸੋਗ ਸਾਰੇ ਹੀ ਦੂਰ ਕਰ ਦਿੱਤੇ। ਸੋ ਇਹ ਰੱਖਣ ਵਾਲੇ ਅਕਾਲ ਪੁਰਖ ਰੱਖਣਾ ਕਰੋ। ਉਹਦੇ ਸੁਭਾਅ ਬਾਰੇ ਅੱਗੇ ਦੱਸਦੇ ਨੇ ਕਲਗੀਧਰ, ਸਾਹਿਬ ਸੰਤ ਸਹਾਏ ਪਿਆਰੇ, ਤੈਨੂੰ ਸੰਤਾਂ ਨੇ ਸਾਹਿਬ ਮੰਨਿਆ, ਖਸਮ ਮੰਨਿਆ, ਤੇ ਤੇਰਾ ਸੁਭਾਅ ਹੈ ਸਹਾਏ ਪਿਆਰੇ, ਆਪਣੇ ਪਿਆਰਿਆਂ ਦੀ ਸਹਾਇਤਾ ਕਰਦਾ ਹੈ, ਇਹ ਤੇਰਾ ਬਿਰਦ ਹੈ, ਮੁੱਢ ਕਦੀਮੀ ਸੁਭਾਅ ਹੈ ਤੇਰਾ। ਸਾਹਿਬ ਲਫ਼ਜ਼ ਅਰਬੀ ਦਾ ਹੈ, ਤੇ ਸਾਹਿਬ ਦਾ ਮਤਲਬ ਹੁੰਦਾ ਸੁਆਮੀ, ਮਾਲਕ, ਖਸਮ। ਜਿਵੇਂ ਬਾਣੀ ਚ ਆਉਂਦਾ ਨਾ, ਸਾਹਿਬ ਸੇਤੀ ਹੁਕਮ ਨਾ ਚੱਲੈ, ਉਹ ਖਸਮ ਹੈ, ਅਕਾਲ ਪੁਰਖ ਸਾਰਿਆਂ ਦਾ ਮਾਲਕ ਹੈ। ਉਹ ਸੰਤਾਂ ਨੇ ਆਪਣਾ ਖਸਮ ਧਾਰਿਆ ਹੈ, ਆਗੂ ਮੰਨਿਆ ਹੈ ਉਸਨੂੰ, ਹੋਰ ਕਿਸੇ ਨੂੰ ਆਪਣਾ ਉਹ ਮੁਰਸ਼ਿਦ ਨਹੀਂ ਮੰਨਦੇ, ਅਕਾਲ ਪੁਰਖ ਤੋਂ ਲੈਦਾ। ਸੰਤ ਕੌਣ ਨੇ? ਮਨ ਇੰਦਰੇ ਜਿਨ੍ਹਾਂ ਨੇ ਟਿਕਾ ਲਏ ਨੇ, ਬਾਣੀ ਪੜ੍ਹ ਕੇ ਮਨ ਨੂੰ ਸ਼ਾਂਤ ਕਰ ਲਿਆ ਜਿਨ੍ਹਾਂ ਨੇ। ਸੋ ਐਸੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਦਾ ਸਹਾਇਕ ਹੈ ਅਕਾਲ ਪੁਰਖ। ਜਦੋਂ ਅਸੀਂ ਉਹਦੇ ਆਸਰੇ ਹੀ ਹੋ ਗਏ, ਉਹਨੂੰ ਖਸਮ ਹੀ ਧਾਰ ਲਿਆ, ਤੇ ਫਿਰ ਉਹ ਆਪਣੀਆਂ ਜੀਵ ਇਸਤਰੀਆਂ ਦੀ ਰੱਖਿਆ ਕਰਦਾ ਹੈ, ਉਹ ਸਦਾ ਸਹਾਇਤਾ ਕਰਨ ਵਾਲਾ ਹੈ। ਦੂਸਰਾ ਮਹਾਰਾਜ ਕਹਿੰਦੇ ਪਿਆਰਾ ਹੈ, ਉਹ ਬੜਾ ਪਿਆਰਾ ਹੈ, ਉਹਦੇ ਨਾਲ ਸਾਧੂ ਸੰਤ ਮੁਹੱਬਤ ਕਰਦੇ ਨੇ, ਉਹ ਆਪਣੇ ਪਿਆਰਿਆਂ ਸੰਤਾਂ ਨਾਲ ਬੜਾ ਪ੍ਰੇਮ ਕਰਦਾ ਹੈ। ਸਾਹਿਬ ਸਿਉ ਮਨ ਮਾਨਿਆ ਦੇ ਸਾਚ ਆਧਾਰ,
ਜਿਸ ਦਾ ਮਨ ਉਸ ਨੂੰ ਸਾਹਿਬ ਵਜੋਂ ਮੰਨਣ ਲਈ ਮੰਨ ਗਿਆ, ਜਿਸ ਨੇ ਵੀ ਖਸਮ ਧਾਰ ਲਿਆ ਅਕਾਲ ਪੁਰਖ ਨੂੰ, ਉਹ ਪਰਮਾਤਮਾ ਉਹਨਾਂ ਸਤਿਪੁਰਸ਼ਾਂ ਦਾ ਆਧਾਰ ਬਣ ਗਿਆ, ਆਸਰਾ ਬਣ ਗਿਆ, ਉਹਨਾਂ ਦੀ ਸਹਾਇਤਾ ਕੀਤੀ, ਰੱਖਿਆ ਹੋਈ। ਜਿਵੇਂ ਬਾਣੀ ਚ ਆਉਂਦਾ ਨਾ, ਰਾਮ ਰਾਮ ਸੰਤ ਸਦਾ ਸਹਾਏ। ਰਮਿਆ ਹੋਇਆ ਅਕਾਲ ਪੁਰਖ ਜੋ ਹਰ ਜ਼ਰੇ ਚ ਹੈ, ਉਹ ਸੰਤਾਂ ਦੀ ਸਦਾ ਸਹਾਇਤਾ ਕਰਦਾ ਹੈ। ਘਰ ਬਾਹਰ ਨਾਲੇ ਪਰਮੇਸ਼ਰ, ਰਵ ਰਹਿਆ ਪੂਰਨ ਸਭ ਠਾਏ। ਚਾਹੇ ਤੁਸੀਂ ਘਰ ਹੋ ਚਾਹੇ ਬਾਹਰ ਹੋ, ਲੋਕ ਪਰਲੋਕ ਵਿੱਚ, ਦੇਸ਼ ਵਿਦੇਸ਼ ਵਿੱਚ, ਉਹ ਤੁਹਾਡੀ ਸਹਾਇਤਾ ਕਰੇਗਾ। ਅੱਗੇ ਫਿਰ ਉਹਦੇ ਸੁਭਾਅ ਦਾ ਹੀ ਜ਼ਿਕਰ ਕਰਦੇ ਨੇ, ਦੀਨ ਬੰਦ ਦੁਸ਼ਟਨ ਕੇ ਹੰਤਾ। ਤੁਸੀਂ ਦੀਨਾਂ ਦੇ ਬੰਧੂ ਹੋ, ਦੀਨਾਂ ਦੇ ਸਹਾਇਕ ਹੋ, ਦੀਨਾਂ ਤੇ ਦਇਆ ਕਰਨ ਵਾਲੇ ਹੋ। ਦੀਨ ਤੋਂ ਭਾਵ ਹੈ ਗਰੀਬ। ਇੱਥੇ ਗਰੀਬੀ ਮਨ ਦੀ ਹੈ, ਤਨ ਦੀ ਗਰੀਬੀ ਦੀ ਗੱਲ ਨਹੀਂ ਹੈ। ਇੱਥੇ ਮਨ ਦੀ ਗਰੀਬੀ ਦੀ ਗੱਲ ਹੈ, ਜਿਹੜਾ ਮਨ ਕਰਕੇ ਨਿਰਮਾਣ ਹੈ, ਨਿਮਰਤਾਵਾਨ ਹੈ, ਅਕਾਲ ਪੁਰਖ ਅੱਗੇ ਝੁਕ ਜਾਂਦਾ ਹੈ। ਉਹਨਾਂ ਨੂੰ ਮਹਾਰਾਜ ਰੱਖਦੇ ਨੇ, ਉਹਨਾਂ ਦੇ ਜੀਵਨ ਵਿੱਚ ਕਦੇ ਦੁੱਖ ਨਹੀਂ ਆਉਣ ਦਿੰਦੇ, ਨਾ ਚੀਜ਼ਾਂ ਦੇ ਸਿਰ ਤੇ ਆਪਣਾ ਉਹ ਹੱਥ ਰੱਖ ਲੈਂਦੇ ਨੇ। ਦੁਸ਼ਟਨ ਕੇ ਹੰਤਾ, ਜੋ ਕਲੰਕੀ ਨੇ, ਦੁਸ਼ਟ ਨੇ, ਦੁਸ਼ਮਣ ਨੇ, ਵੈਰੀ ਨੇ ਸਤਿਪੁਰਸ਼ਾਂ ਨੇ, ਜੋ ਇਨਸਾਨੀਅਤ ਦੇ ਵੈਰੀ ਨੇ, ਖੋਟੇ ਨੇ, ਦੁਰਜਨ ਨੇ, ਉਹਨਾਂ ਦੇ ਹੰਤਾ ਨੇ, ਹਨਨ ਕਰਨ ਵਾਲੇ ਨੇ, ਉਹਨਾਂ ਨੂੰ ਮਾਰਨ ਵਾਲੇ ਨੇ, ਜੋ ਪਰਮ ਈਸ਼ਵਰ ਨੇ। ਪਤਤ ਪੁਨੀਤ ਦੀਨ ਬੰਦ ਹਰ, ਸ਼ਰਨ ਤਾਹੇ ਤੁਮ ਆਵੋ। ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਦੀਨਾਂ ਤੇ ਦਇਆ ਕਰਨ ਵਾਲਾ ਹੈ। ਕਹਿੰਦੇ ਉਸ ਅਕਾਲ ਪੁਰਖ ਦੀ ਸ਼ਰਨ ਮੰਗਿਆ ਕਰੋ। ਗਜ ਕੋ ਤਰਾਸ ਮਿਟਿਓ ਜਿਹੇ ਸਿਮਰਤ, ਤੁਮ ਕਾਹੇ ਬਿਸਰਾਵੋ। ਕਹਿੰਦੇ ਦੇਖੋ ਦੁਸ਼ਮਣਾਂ ਤੋਂ ਰੱਖਿਆ ਕਰਦਾ ਹੈ, ਆਪਣੇ ਪਿਆਰਿਆਂ ਦੀ, ਦੁਸ਼ਮਣਾਂ ਦਾ ਘਾਣ ਕਰ ਦਿੰਦਾ ਹੈ। ਜਿੱਥੇ ਪ੍ਰਤੱਖ ਬਹਿਰੂਨੀ ਬਾਹਰੀ ਵੈਰੀਆਂ ਤੋਂ ਰੱਖਦਾ ਹੈ, ਉੱਥੇ ਅੰਦਰੂਨੀ ਵਿਕਾਰਾਂ ਤੋਂ ਰੱਖਦਾ ਹੈ। ਉਹ ਗੱਜ ਦੀ ਇੱਕ ਸਾਖੀ ਆਉਂਦੀ ਹੈ ਨਾ ਸਨਾਤਨੀਆਂ ਦੇ ਇਤਿਹਾਸ ਵਿੱਚ, ਬਾਣੀ 'ਚ ਬੜਾ ਜ਼ਿਕਰ ਆਇਆ ਹੈ। ਕਹਿੰਦੇ ਉਹ ਹਾਥੀ ਜਿਹੜਾ ਸੀ ਨਾ, ਉਹ ਕਿਸੇ ਨਦੀ ਤੋਂ ਜਲ ਛਕਣ ਲੱਗਾ ਤੇ ਉਹ ਮਗਰਮੱਛ ਨੇ ਉਹਦਾ ਪੈਰ ਪਕੜ ਲਿਆ। ਹੁਣ ਬਲ ਦੋਵਾਂ 'ਚ ਹੀ ਬੜਾ ਹੈ, ਪਰ ਪਾਣੀ ਦੇ ਵਿੱਚ ਬਲ ਦਾ ਬਹੁਤਾਤ ਵਿੱਚ ਚੱਲਦਾ ਹੈ, ਤੇ ਹਾਥੀ ਨੂੰ ਜਾਪਿਆ ਵੀ ਹੁਣ ਧੂ ਕੇ ਲੈ ਜਾਵੇਗਾ ਜਲ ਦੇ ਅੰਦਰ, ਮੇਰਾ ਖੁਰਾ ਖੋਜ ਮਿਟਾ ਦੇਵੇਗਾ ਇਹ ਜੋ ਮੱਛ ਹੈ। ਇੱਕ ਮਾਣ ਵੀ ਸੀ ਵੀ ਮੈਂ ਚੌਪਾਇਆਂ ਦੇ ਵਿੱਚੋਂ ਸਭ ਤੋਂ ਬਲੀ ਹਾਂ, ਜੰਗਲ ਦੇ ਵਿੱਚ ਮੇਰੇ ਵਰਗਾ ਕੋਈ ਦੂਸਰਾ ਨਹੀਂ ਹੈ। ਬੜਾ ਜ਼ੋਰ ਲਾਇਆ, ਗੱਲ ਨਹੀਂ ਬਣੀ। ਅਖੀਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਅਕਾਲ ਪੁਰਖ ਦੀ ਯਾਦ ਆ ਗਈ। ਇਹ ਨਹੀਂ ਵੀ ਇਕੱਲਾ ਇਨਸਾਨ ਹੀ ਅਰਦਾਸ ਕਰਦਾ ਹੈ, ਸਭ ਪਸ਼ੂ ਪੰਛੀ ਵੀ ਉਹਨੂੰ ਅਰਦਾਸ ਕਰ ਲੈਂਦੇ ਨੇ। ਅਖੀਰ ਉਹਨੂੰ ਯਾਦ ਆਈ ਵੀ ਕੋਈ ਤੇ ਹੈ ਜਿਸ ਨੇ ਮੱਛ ਬਣਾਇਆ ਹੈ, ਜਿਹਦੇ ਵਿੱਚ ਮੇਰੇ ਨਾਲੋਂ ਵੱਧ ਕੇ ਬਲ ਹੈ, ਹੁਣ ਉਹਦਾ ਹੀ ਤਰਲਾ ਲਿਆ ਜਾਵੇ। ਉਹ ਕਹਿੰਦੇ ਅਕਾਲ ਪੁਰਖ ਦੀ ਯਾਦ ਆਈ, ਉਸ ਦੀ ਐਸੀ ਕਿਰਪਾ ਹੋਈ ਵੀ ਮਗਰਮੱਛ ਨੇ ਮੂੰਹ ਖੋਲ ਦਿੱਤਾ ਤੇ ਹਾਥੀ ਦੌੜ ਉੱਠਿਆ, ਭੱਜ ਉੱਠਿਆ, ਜਾਨ ਬਚ ਗਈ। ਗਜ ਕੋ ਤਰਾਸ ਮਿਟਿਓ ਜਿਹੇ ਸਿਮਰਤ, ਤੁਮ ਕਾਹੇ ਬਿਸਰਾਵੋ। ਗਜ ਦਾ ਤਰਾਸ ਮਿਟਾ ਦਿੱਤਾ, ਜਾਨ ਬਖਸ਼ ਦਿੱਤੀ ਉਸ ਦੀ। ਉਹ ਕਿਰਪਾ ਕਰਨ ਵਾਲਾ ਹੈ, ਦੁੱਖਾਂ ਰੋਗਾਂ ਸੋਗਾਂ ਦੇ ਮੂੰਹੋਂ ਰੱਖਣ ਵਾਲਾ ਹੈ। ਤੇ ਕਿਉਂ ਭੁਲਾਇਆ ਹੈ ਤੁਸੀਂ ਉਸ ਨੂੰ? ਕਹਿੰਦੇ ਉਸ ਨੂੰ ਯਾਦ ਕਰਿਆ ਕਰੋ। ਦੁਸ਼ਟਾਂ ਦਾ ਹੰਤਾ ਹੈ, ਰੋਗਾਂ ਸੋਗਾਂ ਦਾ ਉਹ ਹੰਤਾ ਹੈ। ਸੋ ਮਹਾਰਾਜ ਅਕਾਲ ਪੁਰਖ ਬਾਬਤ ਅੱਗੇ ਆਖਣ ਲੱਗੇ ਨੇ, ਕਰਤਾ ਕੀਆ ਤਪਾਵ ਸੋ। ਧਿਆਨ ਦਿਓ, ਦੁਸ਼ਟ ਮੂਏ ਹੋਏ ਮੂਰੇ। ਕਹਿੰਦੇ ਜਿੱਦਣ ਨਿਆਂ ਕਰਦਾ ਹੈ ਨਾ ਅਕਾਲ ਪੁਰਖ, ਚੁਣ ਚੁਣ ਕੇ ਦੁਸ਼ਮਣਾਂ ਨੂੰ ਮਾਰ ਦੇਵੇਗਾ ਜਿਨ੍ਹਾਂ ਨੇ ਸਤਿਪੁਰਸ਼ਾਂ ਨੂੰ ਦੁੱਖ ਦਿੱਤਾ ਹੈ। ਬਹਿਰੂਨੀ ਦੁਸ਼ਮਣ, ਵੈਰੀ, ਦੁਸ਼ਟ, ਵੈਰ ਕਮਾਉਣ ਵਾਲੇ, ਘਾਣ ਕਰਦੇ ਨੇ ਲੁਕਾਈ ਦਾ ਜੋ। ਦੂਸਰਾ ਉਹ ਅੰਦਰੂਨੀ ਦੁਸ਼ਮਣਾਂ ਨੂੰ ਵੀ ਚੁਣ ਚੁਣ ਕੇ ਮਾਰਦਾ, ਵਿਕਾਰਾਂ ਨੂੰ ਕੱਢ ਦਿੰਦਾ ਹੈ।
गुण साडे बच जाते ने। दुष्ट दूत परमेश्वर मारे, जन की पैज रखी करतारे। वो रखिया करन वाला है। सो दीन दुनिया दे मालक गुरु ग्रंथ साहब कहते ने, सब दुखन को हंता सब सुखन को दाता, हर प्रीतम गुण गाओ। वो दुखों का हंता है, सुख देण वाला है। ਉਹਦੇ ਗੀਤ ਗਾਇਆ ਕਰੋ। ਅੱਗੇ ਉਹਦੀ ਅਜ਼ਮਤ, ਉਹਦੀ ਤਾਕਤ ਨੂੰ ਬਿਆਨ ਕਰਦੇ ਨੇ ਵੀ ਉਹਦੀ ਕਿੱਥੇ ਕਿੱਥੇ ਚੱਲਦੀ ਹੈ। ਕਹਿੰਦੇ ਤੁਮ ਹੋ ਪੁਰੀ ਚਤੁਰਦਸ ਕੰਤਾ। ਚਤੁਰ 10, ਚਤੁਰ 4 ਤੇ 10 ਦਾ ਮਤਲਬ ਤੁਸੀਂ ਸਮਝਦੇ ਹੀ ਹੋ। 10 ਤੇ 4 14। 7 ਪਾਤਾਲ 7 ਆਕਾਸ਼ ਇਸਲਾਮ ਜਗਤ ਨੇ ਮੰਨੇ ਨੇ। सिख जगत ने मन्निया है पातालां पाताल, लख आगासां आगास, धरती होर परै होर लखां आकाश पाताल ने। खैर कलगीधर कहंदे जितने भी आकाश पाताल ने, तू सारियां दा ही कंत है, खसम है, मालक है। हर जगह तेरी ही डांग कायम है, तेरा ही हुक्म चलदा है। पुरी की हुंदी है? जिथे आदमियां दी आबादी होवे, जिथे बहुतात विच लोकाई वसदी होवे। देखियो देवतियां दे लोक नूं भी पुरी कहा है। इंद्रपुरी, शिवपुरी, ब्रह्मपुरी, ये जितने भी लोक परलोक ने, जिथे जिथे भी कोई वसदा है, कोई नगरी है, कोई शहर है। महाराज अकाल पुरख तुसीं ही सारियां दे कंतो, स्वामी हो, प्रे हो, तुहाडा ही सारे नाम जपदे ने। सबना दे सिर दे तुसीं साईं हो। जिवें गुरु ग्रंथ साहब कहंदे ने, हर कंत अनंत दयाल श्रीधर, गोबिंद पतत उदाहरणो। गोबिंद अकाल पुरख पापियां नूं पवित्र करन वाला सबना दा कंत है, वो अनंत है। उहदे गुणां दा कोई थो पता नहीं चलदा। दयालु बड़ा है। सारियां पुरियां नूं उसने अपने आसरे रखिया है। प्रभ किरपा धारी हर मुरारी, भय सिंध सागर तारणो। वो सारियां ते किरपा करदा है जिहड़े शरण आउंदे ने, भव सागर तो पार लै जांदा है। सो अगे महाराज हुक्म करदे ने ब्रह्मंड दे मालक दी रचना बाबत। काल पाए ब्रह्मा बप धरा। काल पाए समा पा के, काल पाए अकाल पुरख दा हुक्म पा के, प्रभु दे हुक्म दे विच। काल दे बड़े अर्थ ने। समय नूं कहिंदे ने, वेले नूं कहिंदे ने, मृत्यु नूं कहिंदे ने, मौत दे देवते नूं कहिंदे ने। जो मौत तो रहत अकाल पुरख है उसनूं कहिंदे ने। समा पा के खुदा दे हुक्म विच अकाल पुरख दी किरपा दे नाल ब्रह्मा जी दा दुनिया ते आउणा होया। इत्थे है पाए। पाए का भाव हुंदा है प्रवेश कराया। ब्रह्मा नूं पा दिता, दुनिया ते प्रगट कर दिता। जियो पाए पिंड जिन साजिया, दिता पहनण खाण। जिस अकाल पुरख ने ये पिंड दिता, शरीर दिता, उसने ही विच जोत पाउणा कीती है। सो ब्रह्मा जी उहदे हुक्म विच पैदा होए ने। अकाल पुरख का हुक्म होया चतुरानन, जो पितामा है, जो पुराणा अनुसार जगत रचन वाला है, सनातन मत अनुसार कहते उसकी रचना भी अकाल पुरख ने की है। बप कहते ने शरीर नूं। अकाल पुरख का हुक्म होया ते ब्रह्मा जी दुनिया ते पैदा होए। प्रथमे ब्रह्मा कालै घर आया। बाणी चाहुंदा ना, काल दे घर इस लोकाई अंदर पहला ब्रह्मा जी पैदा होए अकाल पुरख दे हुक्म विच। ते अकाल पुरख दे हुक्म विच ही ब्रह्मा जी दुनिया तो चले गए। काल दे घर चले गए। लोक परलोक काल दे ही घर ने, भाव इत्थे कोई भी अमर नहीं है। फर्स्टली ब्रह्मा एंटर्ड द हाउस ऑफ द डेथ। काल दे मूँह विच ब्रह्मा जी नूं भी जाना पिया। सो इत्थे कोई भी है, अकाल पुरख ही सब नूं पैदा करन वाला है। करण कारण एक ओही, जिन किया आकार तिसै ध्यावहो मन मेरे, सर्ब को आधार। करण कारण सारियां दा अकाल पुरख है।
ਉਹਦੇ ਤੋਂ ਪਹਿਲਾਂ ਤੇ ਬਾਣੀ ਕਹਿੰਦੀ ਹੈ ਨਾ, ਅਰਬਦ ਨਰਬਦ ਧੁੰਦੂ ਘਾਰਾ ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁਨ ਸਮਾਦ ਲਗਾਏ ਦਾ। ਬਲੈਕ ਹੋਲ ਸੀ, ਜਿਵੇਂ ਸਾਇੰਸ ਕਹਿੰਦੀ ਨਾ, ਕੁਝ ਵੀ ਨਹੀਂ ਸੀ, ਸੁੰਨ ਸੀ। ਗੁਰੂ ਗ੍ਰੰਥ ਸਾਹਿਬ ਇਹੀ ਗੱਲਾਂ 400-500 ਸਾਲ ਪਹਿਲਾਂ ਦੱਸ ਗਏ ਨੇ, ਕਹਿੰਦੇ ਸੁੰਨ ਸੀ, ਕੁਝ ਵੀ ਨਹੀਂ ਸੀ ਦੁਨੀਆ ਦੇ ਉੱਤੇ। ਦੇयर ਵਾਜ਼ ਅ ਅਟਰ ਡਾਰਕਨੈਸ। ਅਕਾਲ ਪੁਰਖ ਇੱਕੋ ਬੁਲੰਦ ਹਸਤੀ ਮੌਜੂਦ ਸੀ, ਸੁੰਨ ਸਮਾਧ ਲਾ ਕੇ ਉਹ ਬੈਠਾ ਹੋਇਆ ਸੀ। ਨਾ ਦਿਨ ਹੈ ਨਾ ਰਾਤ ਹੈ ਨਾ ਸੰਸਾਰ ਹੈ। ਕਹਿੰਦੇ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ, ਅਵਰ ਨਾ ਦੀਸੈ ਏਕੋ ਸੋਈ। ਨਾ ਬ੍ਰਹਮਾ ਜੀ ਸੀ, ਨਾ ਵਿਸ਼ਨੂੰ ਜੀ ਸੀ, ਨਾ ਸ਼ਿਵ ਜੀ ਮਹਾਰਾਜ ਸਨ, ਕੋਈ ਵੀ ਦੁਨੀਆ ਦੇ ਉੱਤੇ ਨਹੀਂ ਸੀ। ਕਹਿੰਦੇ ਜਾਂ ਤਿਸ ਭਾਣਾ ਤਾਂ ਜਗਤ ਉਪਾਇਆ, ਬਾਜ ਕਲਾ ਆਡਾਨ ਰਹਾਇਆ, ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਮਾਇਆ ਮੋਹ ਵਧਾਏ ਦਾ। ਉਹਦਾ ਦਿਲ ਕੀਤਾ, ਫੁਰਨਾ ਕੀਤਾ, ਉਸਨੇ ਹੁਕਮ ਕੀਤਾ, ਬਚਨ ਕੀਤਾ, ਦੁਨੀਆ ਪ੍ਰਗਟ ਹੋ ਗਈ। ਬ੍ਰਹਮਾ ਜੀ ਪੈਦਾ ਹੋ ਗਏ, ਵਿਸ਼ਨੂੰ ਪੈਦਾ ਹੋ ਗਏ, ਸ਼ਿਵ ਜੀ ਪੈਦਾ ਹੋ ਗਏ, ਸਾਰਿਆਂ ਨੂੰ ਪੈਦਾ ਕਰ ਦਿੱਤਾ। ਕੈਸੀ ਅਜ਼ਮਤ ਹੈ, ਕਹਿੰਦੇ ਬਿਨਾਂ ਥੰਮਾਂ ਤੋਂ ਅਸਮਾਨ ਖੜਾ ਕਰ ਦਿੱਤਾ ਉਹਨੇ ਧਰਤੀ ਦੇ ਉੱਤੇ। ਬਿਨਾਂ ਸਹਾਰੇ ਤੋਂ 3 ਹਿੱਸੇ ਪਾਣੀ ਵਿੱਚ ਧਰਤੀ ਉਸਨੇ ਖੜੀ ਕੀਤੀ ਹੈ। ਵੇਖੋ ਤੁਸੀਂ, ਬਾਲਟੀ ਪਾਣੀ ਦੀ ਲੈ ਕੇ ਨਾ ਮੁੱਠ ਮਿੱਟੀ ਦੀ ਪਾਓ ਤੇ ਪਾਣੀ ਵਿੱਚ ਖੁਰ ਜਾਂਦੀ ਹੈ। ਇਹ ਧਰਤੀ ਨਹੀਂ ਖੁਰਨ ਦਿੰਦਾ ਉਹ ਇਸ ਪਾਣੀ ਦੀ ਬਾਲਟੀ ਵਿੱਚ, ਭਾਵ ਸਾਗਰਾਂ ਦੇ ਵਿੱਚ। ਇਹ ਉਹਨੇ ਅਜ਼ਮਤ ਵਿਖਾਈ ਹੋਈ ਹੈ। ਖੈਰ ਕੋਟ ਬ੍ਰਹਮੇ ਜਗ ਸਾਜਣ ਲਾਏ, ਪ੍ਰਥਮੇ ਬ੍ਰਹਮਾ ਕਾ ਲੈ ਕਰ ਆਇਆ। ਕਈ ਬ੍ਰਹਮੇ ਸਾਜਦਾ ਹੈ, ਕਈਆਂ ਨੂੰ ਦੁਨੀਆ ਤੋਂ ਲੈ ਜਾਂਦਾ ਹੈ। ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ, ਬ੍ਰਹਮਾ ਦੀ ਪੁਰੀ ਵੀ ਸੁਰੱਖਿਅਤ ਨਹੀਂ ਹੈ, ਸਭ ਨੂੰ ਜਾਣਾ ਪਵੇਗਾ। ਕਾਲ ਪਾਏ ਸਿਵਜੂ ਅਵਤਾਰਾ, ਕਾਲ ਦਾ ਹੁਕਮ ਹੋਇਆ, ਸ਼ਿਵ ਜੀ ਪੈਦਾ ਹੋਏ ਜੋ ਦੇਵਤਿਆਂ ਚੋਂ ਮਹਾਨ ਹੈ। ਸਨਾਤਨ ਮਤ ਦੀ ਤ੍ਰਿਦਾ ਮੂਰਤੀ ਚੋਂ ਇੱਕ ਮਹਾਨ ਮਹਾਪੁਰਸ਼ ਸ਼ਿਵ ਜੀ ਦਾ ਆਗਾਜ਼ ਹੋਇਆ। ਕੋਟ ਮਹੇਸ਼ ਉਪਾਏ ਸਮਾਏ, ਕਹਿੰਦੇ ਕਈ ਸ਼ਿਵ ਜੀ ਅਕਾਲ ਪੁਰਖ ਪੈਦਾ ਕਰਦਾ ਹੈ। ਜਦੋਂ ਉਮਰ ਭੋਗ ਲੈਂਦੇ ਨੇ ਦੁਨੀਆ ਤੋਂ, ਉਹਨਾਂ ਦਾ ਜਾਣਾ ਹੁੰਦਾ ਹੈ। ਹੀ ਕ੍ਰੀਏਟਡ ਐਂਡ ਡਿਸਟਰੋਇਡ ਮਿਲੀਅਨਸ ਆਫ ਸ਼ਿਵਾਜ਼, ਸਭ ਉਹਦੇ ਹੁਕਮ ਵਿੱਚ ਹੈ। ਸ਼ਿਵਪੁਰੀਗਾ ਹੋਏਗਾ ਕਾਲਾ, ਸ਼ਿਵਪੁਰੀ ਵੀ ਸੁਰੱਖਿਅਤ ਨਹੀਂ, ਭਾਵ ਅਕਾਲ ਪੁਰਖ ਨੇ ਜਿਸ ਨੂੰ ਸਿਰਜਿਆ ਹੈ ਉਹਨੂੰ ਖਤਮ ਕਰ ਦਿੰਦਾ ਹੈ। ਤ੍ਰੈ ਗੁਣ ਮਾਇਆ ਬਿਨਸ ਬਿਤਾਲਾ, ਜੋ ਵੀ ਮਾਇਆ ਵਿੱਚ ਪੈਦਾ ਹੋਇਆ ਖਤਮ ਹੋਏਗਾ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਕਹਿੰਦੇ ਕਾਲ ਦੇ ਹੁਕਮ ਦੇ ਵਿੱਚ ਸਨਾਤਨ ਮਤ ਦੀ ਜੋ ਤ੍ਰਿਦਾ ਮੂਰਤੀ ਚੋਂ ਵੱਡੇ ਮਹਾਪੁਰਸ਼ ਨੇ, ਤਿੰਨਾਂ ਚੋਂ ਇੱਕ ਵਿਸ਼ਨੂੰ ਜੀ ਮਹਾਰਾਜ, ਕਹਿੰਦੇ ਉਹ ਵੀ ਹੁਕਮ ਵਿੱਚ ਪੈਦਾ ਹੋਏ। ਕੋਟ ਬਿਸ਼ਨ ਕੀਨੇ ਅਵਤਾਰ, ਕਈ ਵਿਸ਼ਨੂੰ ਉਹਨਾਂ ਦੇ ਹੁਕਮ ਵਿੱਚ ਪੈਦਾ ਹੁੰਦੇ ਨੇ। ਹੁਕਮ ਉਪਾਏ 10 ਅਵਤਾਰਾ, ਅਕਾਲ ਪੁਰਖ ਦੇ ਹੁਕਮ ਵਿੱਚ ਹੀ ਵਿਸ਼ਨੂੰ ਜੀ ਦੇ ਮਹਾਨ 10 ਅਵਤਾਰ ਹੋਏ ਨੇ। ਚਾਹੇ ਉਹ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ, ਸ਼੍ਰੀ ਰਾਮ ਚੰਦਰ ਜੀ ਨੇ, ਸਾਰੇ ਉਹਦੇ ਹੁਕਮ ਦੇ ਵਿੱਚ ਪੈਦਾ ਹੁੰਦੇ ਨੇ। ਸਕਲ ਕਾਲ ਕਾ ਕੀਆ ਤਮਾਸ਼ਾ, ਐ ਅਕਾਲ ਪੁਰਖ, ਇਹ ਦੁਨੀਆ ਦਾ ਜੋ ਤਮਾਸ਼ਾ ਹੈ, ਬਾਜੀਗਰ ਖੇਡ ਪਾਉਂਦਾ ਹੈ ਨਾ ਮੇਲੇ ਵਿੱਚ, ਉਹ ਸਦੀਵੀ ਨਹੀਂ ਹੁੰਦੀ। ਦੁਨੀਆ ਇੱਦਾਂ ਦਾ ਤਮਾਸ਼ਾ ਹੈ ਜੋ ਸਦੀਵੀ ਨਹੀਂ ਹੈ। ਸਕਲ ਸਾਰੇ ਦਾ ਸਾਰਾ, ਇਹ ਹੁਨਰ ਤੇਰਾ ਹੀ ਰਚਿਆ ਹੋਇਆ ਹੈ। ਸੰਪੂਰਨ ਤਮਾਮ ਖੰਡ ਬ੍ਰਹਿਮੰਡ ਪੁਰੀਆਂ ਤੇਰੇ ਹੀ ਬਣਾਏ ਨੇ। ਤਮਾਸ਼ਾ ਅਰਬੀ ਦਾ ਲਫ਼ਜ਼ ਹੈ। ਇਹ ਸਾਰਾ ਤੇਰਾ ਹੀ ਤਮਾਸ਼ਾ ਕੀਤਾ ਹੈ। ਜਿਵੇਂ ਚਿੱਤ ਨੂੰ ਪ੍ਰਸੰਨ ਕਰਨ ਲਈ ਕੋਈ ਦ੍ਰਿਸ਼ ਪੇਸ਼ ਕਰੀਦਾ ਹੈ ਨਾ, ਇਹ ਸਾਰੀ ਫਿਲਮ ਤੇਰੀ ਹੀ ਪਰਮਾਤਮਾ ਬਣਾਈ ਹੈ, ਤੂੰ ਹੀ ਇਹਦਾ ਖੁਰਾ ਖੋਜ ਕਰ ਦਿੰਨਾ ਹੈ। ਇਹ ਸਾਰਾ ਤੇਰਾ ਹੀ ਤਮਾਸ਼ਾ ਹੈ। ਹੁਕਮ ਵਿੱਚ ਜ਼ਿੰਦਗੀ, ਹੁਕਮ ਵਿੱਚ ਮੌਤ, ਹੁਕਮ ਵਿੱਚ ਆਗਾਜ਼, ਹੁਕਮ ਦੇ ਵਿੱਚ ਸੁੱਖ ਸਹੂਲਤਾਂ। ਪ੍ਰਭੂ ਦੇ ਹੁਕਮ ਵਿੱਚ ਹੀ ਬ੍ਰਹਮਾ ਜੀ, ਵਿਸ਼ਨੂੰ, ਮਹੇਸ਼, ਸ਼ਿਵ ਜੀ, ਜਿੰਨੇ ਵੀ ਸਤਪੁਰਸ਼ ਨੇ, ਦੇਵੀ ਦੇਵਤੇ ਨੇ, ਪੈਦਾ ਹੁੰਦੇ ਨੇ, ਕਾਰ ਕਮਾਉਂਦੇ ਨੇ, ਬਿਨਸ ਜਾਂਦੇ ਨੇ, ਜਾਣਾ ਹੁੰਦਾ ਹੈ। ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ, ਹੁਕਮ ਕਮਾਵਨ ਕਾਰਾ। ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵ ਜੀ, ਮਹਾਦੇਵ, ਇਹ ਜਿੰਨੇ ਮਹਾਪੁਰਸ਼ ਨੇ ਨਾ, ਇਹ ਹੁਕਮ ਵਿੱਚ ਆਏ ਤੇ ਕਾਰ ਵੀ ਹੁਕਮ ਵਿੱਚ ਕਮਾਉਂਦੇ ਨੇ। ਔਰ ਜਿਹੜਾ ਆਇਆ ਹੈ, ਕਹਿੰਦੇ ਸ਼ਿਵਪੁਰੀ ਬ੍ਰਹਮ ਇੰਦਰਪੁਰੀ ਨਿਹਚਲ ਕੋ ਥਾਓ ਨਾਹੇ। ਨਾ ਸ਼ਿਵਪੁਰੀ ਨਿਹਚਲ ਹੈ, ਨਾ ਇੰਦਰਪੁਰੀ ਨਿਹਚਲ ਹੈ, ਨਾ ਬ੍ਰਹਮਪੁਰੀ ਨਿਹਚਲ ਹੈ। ਸਭ ਨੇ ਜਾਣਾ ਹੈ। ਜੋ
उपज्यो सो बिनस है परों आज कै काल। जो पैदा होया है वो खत्म होवेगा। हु एवर हैज़ बीन क्रिएटेड बाय लॉर्ड ही विल बी डिस्ट्रॉयड। ਉਹਦਾ ਖਾਤਮਾ ਅਕਾਲ ਪੁਰਖ ਇੱਕ ਨਾ ਇੱਕ ਦਿਨ ਕਰ ਹੀ ਦਿੰਦਾ ਹੈ। ਹਾਂ, ਜਿਹੜੇ ਨਾਮ ਜਪਦੇ ਨੇ ਬ੍ਰਹਮਾ ਵਿਸ਼ਨ ਮਹੇਸ਼ ਸ੍ਰੇਸ਼ਟ, ਨਾਮ ਰਤੇ ਵਿਚਾਰੀ। ਬ੍ਰਹਮਾ ਜੀ, ਵਿਸ਼ਨੂੰ ਤੇ ਸ਼ਿਵ ਜੀ ਵਰਗਿਆਂ ਦੀ ਲੋਕ ਪੂਜਾ ਕਿਉਂ ਕਰਦੇ ਨੇ? ਕਹਿੰਦੇ ਇਹ ਅਕਾਲ ਪੁਰਖ ਦਾ ਨਾਮ ਜਪ ਕੇ ਮਨੁੱਖਤਾ ਚੋਂ ਸ੍ਰੇਸ਼ਟ ਮਹਾਂਪੁਰਸ਼ ਹੋਏ ਨੇ, ਤਾਂ ਲੋਕ ਇਹਨਾਂ ਦਾ ਸਤਿਕਾਰ ਕਰਦੇ ਨੇ। ਸੋ ਸਰੀਰ ਨਹੀਂ ਰਵੇਗਾ, ਨਾ ਅਵਤਾਰਾਂ ਦਾ, ਨਾ ਮਹਾਂਪੁਰਸ਼ਾਂ ਦਾ, ਨਾ ਸਾਖਤਾਂ ਦਾ। ਜਿਹੜੇ ਨਾਮ ਜਪਦੇ ਨੇ ਜਗ ਉਪਜੈ ਬਿਨਸੈ ਬਿਨਸ ਬਿਨਾਸੈ, ਲਗ ਗੁਰਮੁਖ ਅਸਥਿਰ ਹੋਏ ਜੀਓ। ਜਗਤ ਪੈਦਾ ਹੁੰਦਾ ਹੈ, ਮਿਟ ਜਾਂਦਾ ਹੈ, ਪਰ ਨਾਮ ਜਪਣ ਵਾਲੇ ਅਸਥਿਰ ਸਦੀਵੀ ਨੇ ਦੁਨੀਆ ਤੇ, ਉਹਨਾਂ ਦਾ ਨਾਮ ਅਮਰ ਹੋ ਜਾਂਦਾ ਹੈ। ਸੋ ਇਹ ਦੇਵੀ ਦੇਵਤੇ, ਇਹਨਾਂ ਦਾ ਨਾਮ ਇਸ ਲਈ ਰਹਿ ਗਿਆ ਸ਼ਿਵ ਜੀ ਵਰਗੇ ਮਹਾਤਮਾਵਾਂ ਦਾ, ਕਿਉਂਕਿ ਇਹਨਾਂ ਨਾਮ ਜਪਿਆ ਹੈ। ਸੰਸਾਰ ਤੇ ਕੇਵਲ ਪ੍ਰਭੂ ਪਰਮਾਤਮਾ ਸਦੀਵੀ ਰਹਿਣ ਵਾਲਾ ਹੈ, ਉਹਦੀ ਹੀ ਸਰਕਾਰ ਰਹਿਣੀ ਹੈ। ਬਾਣੀ ਦਾ ਫਰਮਾਨ ਹੈ, ਏਕ ਕੀ ਸਿਰਕਾਰ ਏਕ, ਜਿਨ ਬ੍ਰਹਮਾ ਵਿਸ਼ਨ ਰੁਦਰ ਉਪਾਇਆ। ਇੱਥੇ ਡਾਂਗ ਅਕਾਲ ਪੁਰਖ ਦੀ ਚੱਲਣੀ ਹੈ, ਕਿਸੇ ਦੂਜੇ ਦੀ ਨਹੀਂ। ਰਹਿਣ ਵਾਲਾ ਉਹ ਹੈ, ਸਰਕਾਰ ਉਹਦੀ ਸਦੀਵੀ ਹੈ। ਅੱਜ ਕੱਲ੍ਹ ਦੇ ਲੀਡਰਾਂ ਵਾਂਗੂ ਇਹ ਨਹੀਂ ਵੀ 25 ਸਾਲੀ ਲੋਕਾਂ ਦੇ ਮਨਾਂ ਤੋਂ ਲੈ ਗਏ ਤੇ ਕੁਰਸੀ ਮੁੱਧੀ ਕਰਤੀ ਲੋਕਾਂ ਨੇ। ਇੱਦਾਂ ਦਾ ਕਾਰਜਕਾਲ ਨਹੀਂ ਹੈ ਉਹਨਾਂ ਦਾ। ਉਹ ਸਦੀਵੀ ਨੇ, ਅਕਾਲ ਪੁਰਖ ਦਾ ਰਾਜ ਸਦੀਵੀ ਹੈ। ਉਹ ਸਦਾ ਰਹਿਣ ਵਾਲੇ ਨੇ। ਬਾਕੀ ਸਭ ਉਹ ਪੈਦਾ ਕਰਦੇ ਨੇ, ਉਹਨਾਂ ਦੇ ਹੁਕਮ ਵਿੱਚ ਸਭ ਮਿਟ ਜਾਂਦੇ ਨੇ। ਨਾਨਕ ਨਿਹਚਲ ਸਾਚਾ ਏਕੋ, ਨਾ ਉਹ ਮਰੈ ਨਾ ਜਾਇਆ। ਅਕਾਲ ਪੁਰਖ ਹੀ ਨਿਹਚਲ ਹੈ। ਅਕਾਲ ਪੁਰਖ ਦਾ ਖਾਤਮਾ ਨਹੀਂ ਹੋ ਸਕਦਾ। ਅਕਾਲ ਪੁਰਖ ਨੂੰ ਮੁਕਾਇਆ ਨਹੀਂ ਜਾ ਸਕਦਾ। ਅਕਾਲ ਪੁਰਖ ਦਾ ਕੋਈ ਖੁਰਾ ਖੋਜ ਨਹੀਂ ਮਿਟਾ ਸਕਦਾ। ਸੋ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ, ਅਕਾਲ ਪੁਰਖ ਸਭਨਾਂ ਦਾ ਖਸਮ ਹੈ, ਸਾਰਿਆਂ ਦਾ ਮਾਲਕ ਹੈ, ਸਾਰਿਆਂ ਦੇ ਸਿਰ ਦਾ ਸਾਈਂ ਹੈ, ਸਦੀਵੀ ਹੈ। ਸਾਰੇ ਮਹਾਂਪੁਰਸ਼, ਸਾਰੇ ਦੇਵੀ ਦੇਵਤੇ ਰਹਿਬਰ ਉਹਦੇ ਹੁਕਮ ਵਿੱਚ ਆਉਂਦੇ ਨੇ, ਹੁਕਮ ਵਿੱਚ ਚਲੇ ਜਾਂਦੇ ਨੇ। ਰਹਿਣ ਵਾਲਾ ਉਹ ਇੱਕ ਹੈ। ਸਿੱਖਾ, ਉਹਦੇ ਅੱਗੇ ਅਰਦਾਸ ਕਰਿਆ ਕਰ, ਉਹਦੀ ਸ਼ਰਨ ਰਿਹਾ ਕਰ। ਉਹ ਝੋਲੀਆਂ ਭਰਨ ਵਾਲਾ ਹੈ, ਐਸੀ ਬਰਕਤ ਬਖਸ਼ ਦਿੰਦਾ ਹੈ, ਮੰਗਣਾ ਮੁੱਕ ਜਾਂਦਾ ਹੈ। ਸੋ ਦਾਸ ਇੱਥੇ ਵਿਚਾਰ ਨੂੰ ਸੰਕੋਚਦਾ ਹੈ। ਭੁੱਲ ਚੁੱਕ ਦੀ ਖਿਮਾ ਜੀ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।